ਊਚਾ ਭਗਵੰਤ ਸਗਲ ਸਮਗਰੀ ਥੋੜੀ ਘੱਟ ਕਰ। ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਸੁਖੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖੁਸ਼ਾਮਦੀ ਨੂਰ ਅਰਸੋਂ ਕੁਰਸੋਂ ਛਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਸੋਲੇ ਮਹੱਲਾ ਪਹਿਲਾ। ਆਪੇ ਦਿਨਸ ਆਪੇ ਹੀ ਰਹਿਣੀ। ਆਪ ਭਤੀਜੈ ਗੁਰ ਕੀ ਬੈਣੀ। ਆਦ ਜੁਗਾਦ ਆਨੰਦ ਆਂਦਨ ਘਟ ਘਟ ਸ਼ਬਦ ਰਜਾਈ ਹੈ। ਆਪੇ ਦਿਨਸ ਆਪੇ ਹੀ ਰਹਿਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰੂ ਜੀ ਅੰਮ੍ਰਿਤ ਵੇਲੇ ਗੁਰਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰ ਰਹੇ ਨੇ। ਸਤਿਗੁਰਾਂ ਦੇ ਚਰਨਾਂ ਵਿੱਚ ਮਨ ਦਾ ਧਿਆਨ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਪੇ ਦਿਨਸ ਆਪੇ ਹੀ ਰਹਿਣੀ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਇਹ ਜੋ ਸ਼ਬਦ ਹੈ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਪਾਤਸ਼ਾਹ ਜੀ ਸਵਾ ਕੋ ਕਰਤਾਰਪੁਰ ਸਾਹਿਬ ਤੋਂ ਮਹਾਰਾਜ ਚੱਲਦੇ ਟਹਿਲਦੇ ਰਹਿੰਦੇ, ਫਿਰ ਵਾਪਸ ਆ ਜਾਂਦੇ। ਸਾਰਾ ਦਿਨ ਇਸ ਤਰ੍ਹਾਂ ਟਹਿਲਦਿਆਂ ਬਤੀਤ ਹੋ ਜਾਂਦਾ। ਜਦੋਂ ਰਾਤ ਪੈਂਦੀ ਹੈ, ਇੱਕ ਝੁੱਗੀ ਵਿੱਚ ਇੱਕ ਛੱਪਰ ਬਣਿਆ ਹੋਇਆ, ਉਹ ਛੱਪਰ ਦੇ ਅੰਦਰ ਆਪਣੇ ਸਰੀਰ ਦੇ ਆਕਾਰ ਦੇ ਨਾਲ ਜਿੰਨਾ ਕੁ ਸਰੀਰ ਦਾ ਆਕਾਰ ਹੈ ਉਹਦੇ ਵਿੱਚ ਰੋੜ ਵਸਾਏ ਹੋਏ, ਰੇਤਾ ਵਿਛਾਈ ਹੋਈ, ਉਹਦੇ ਉੱਪਰ ਬੈਠ ਕੇ ਤਪ ਕਰਨ ਲੱਗ ਜਾਂਦੇ। ਭਾਈ ਗੁਰਦਾਸ ਜੀਆਂ ਨੇ ਵੀ ਇਸ ਗੱਲ ਦਾ ਹਵਾਲਾ ਦਿੱਤਾ, ਕੱਲ੍ਹ ਆਪਾਂ ਬਚਨ ਸਰਵਣ ਕੀਤੇ। ਸੋ ਮਹਾਰਾਜ ਜੀਆਂ ਨੇ ਉੱਥੇ 22 ਸ਼ਬਦ ਜਿਹੜੇ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਦੇਵ ਜੀਆਂ ਨੇ ਇਹ ਮਾਰੂ ਸੋਲੇ ਬਾਣੀ ਦੇ ਬਖਸ਼ੇ। ਇਸ ਸ਼ਬਦ ਦੀਆਂ ਕੁਝ ਪੌੜੀਆਂ ਆਪਾਂ ਕੱਲ੍ਹ ਸਰਵਣ ਕਰ ਲਈਆਂ, ਬਾਕੀ ਅੱਜ ਸਰਵਣ ਕਰਦੇ ਤੇ ਫਰਮਾਉਂਦੇ ਹਨ। ਆਪੇ ਦਿਨਸ ਆਪ ਹੀ ਰਹਿਣੀ। ਉਹ ਪਰਮਾਤਮਾ ਦਿਨ ਰੂਪ ਆਪ ਹੈ। ਜਿਹੜਾ ਦਿਨ ਚੜ੍ਹਿਆ ਹੋਇਆ ਨਾ, ਆਪਾਂ ਦੇ ਦਿਨ ਚੜ੍ਹ ਗਿਆ, ਇਹ ਪਰਮਾਤਮਾ ਹੀ ਦਿਨ ਦਾ ਰੂਪ ਹੈ। ਜਦੋਂ ਰਾਤ ਪੈ ਜਾਂਦੀ ਹੈ, ਰਾਤ ਵੀ ਪਰਮਾਤਮਾ ਦਾ ਰੂਪ ਹੀ ਹੈ। ਪਰਮਾਤਮਾ ਦਿਨ ਹੋ ਰਿਹਾ ਹੈ, ਪਰਮਾਤਮਾ ਹੀ ਰਾਤ ਹੋ ਰਿਹਾ ਹੈ। ਰਾਤ ਵਿੱਚ ਵੀ ਉਸ ਦਾ ਨਿਵਾਸ ਹੈ, ਦਿਨ ਵਿੱਚ ਵੀ ਉਸ ਦਾ ਨਿਵਾਸ ਹੈ। ਰਾਤ ਦਿਨ ਵਿੱਚ ਉਹ ਆਪ ਹੀ ਵਸਣ ਵਾਲਾ ਹੈ। ਫਿਰ ਫਰਮਾਉਂਦੇ ਹਨ ਆਪੇ ਦਿਨਸ ਆਪੇ ਹੀ ਰਹਿਣੀ। ਗੁਰਮੁਖੋ ਦਿਨਸ ਨਾਮ ਹੈ ਗਿਆਨ ਦਾ, ਉਹ ਗਿਆਨ ਰੂਪ ਪਰਮਾਤਮਾ ਆਪ ਹੀ ਹੈ।
ਗਿਆਨ ਦੇ ਗ੍ਰੰਥ ਵੀ ਆਪ ਹੀ ਹੈ, ਗਿਆਨ ਪੜ੍ਹਾਉਣ ਵਾਲਾ ਵੀ ਆਪ ਹੈ, ਗਿਆਨ ਦੇਣ ਵਾਲਾ ਵੀ ਆਪ ਹੈ। ਉਹ ਐਸਾ ਉਸ ਦਾ ਰੂਪ ਹੈ। ਆਪੇ ਦਿਨਸ, ਦਿਨਸ ਤੋਂ ਭਾਵ ਹੈ ਗਿਆਨ, ਉਹ ਗਿਆਨ ਰੂਪ ਆਪ ਹੈ। ਰੈਣੀ ਕਹੀਏ ਅਵਿਦਿਆ, ਅਵਿਦਿਆ ਕਹੀਏ ਬੇਸਮਝੀ, ਮਨਮੁਖਤਾਈ। ਅਵਿਦਿਆ ਰੂਪ ਵੀ ਉਹ ਆਪ ਹੈ, ਅਵਿਦਿਆ ਵਿੱਚ ਵੀ ਆਪ ਹੀ ਬੈਠਾ, ਗਿਆਨ ਵਿੱਚ ਵੀ ਆਪ ਬੈਠਾ। ਫਿਰ ਫਰਮਾਉਂਦੇ ਹਨ, ਆਪੇ ਦਿਨਸ ਆਪੇ ਹੀ ਰੈਣੀ। ਗੁਰਮੁਖੋ ਦਿਨਸ ਤੋਂ ਭਾਵ ਹੈ ਪੁੰਨ ਰੂਪ, ਪੁੰਨ ਰੂਪ ਵੀ ਆਪ ਹੈ। ਆਪਾਂ ਬਚਨ ਸਰਵਣ ਕਰਦੇ, ਦਾਨ ਪੁੰਨ, ਦਾਨ ਹੁੰਦਾ ਜਦੋਂ ਮਰਜ਼ੀ ਕਰ ਲਈਏ। ਪੁੰਨ ਉਹਨੂੰ ਕਹਿੰਦੇ ਨੇ ਜਦੋਂ ਕਿਸੇ ਦਿਨ ਤੇ ਵਿਸ਼ੇਸ਼ ਕੀਤਾ ਜਾ, ਮੰਨ ਲਓ ਮੱਸਿਆ ਹੈ, ਉਸ ਦਿਨ ਕੰਮ ਕਰੇ ਹਰ ਮੱਸਿਆ ਤੇ ਉਹਨੂੰ ਕਹਿੰਦੇ ਪੁੰਨ ਕੀਤਾ ਹੈ। ਅੱਜ ਚੰਦਰਮਾ ਗ੍ਰਹਿ ਹੈ, ਅੱਜ ਸੂਰਜ ਗ੍ਰਹਿਣ ਹੈ, ਅੱਜ ਕੋਈ ਇਕਾਦਸ਼ੀ ਹੈ, ਅੱਜ ਕੋਈ ਦੁਆਦਸ਼ੀ ਹੈ, ਕਿਸੇ ਵਿਸ਼ੇਸ਼ ਦਿਨ ਤੇ ਕੀਤਾ ਗਿਆ ਕੰਮ ਦਾਨ, ਉਸ ਨੂੰ ਪੁੰਨ ਕਿਹਾ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਆਪੇ ਦਿਨਸ, ਉਹ ਪੁੰਨ ਰੂਪ ਵੀ ਆਪ ਹੀ ਹੈ। ਆਪੇ ਰਹਿਣੀ ਤੇ ਪਾਪ ਰੂਪ ਵੀ ਆਪ ਹੀ ਹੈ। ਪਾਪ ਦੇ ਵਿੱਚ ਵੀ ਆਪ ਬੈਠਾ ਹੋਇਆ, ਪੁੰਨ ਵਿੱਚ ਵੀ ਆਪ ਬੈਠਾ, ਕਿਉਂਕਿ ਉਸਨੇ ਸ੍ਰਿਸ਼ਟੀ ਸਾਜੀ ਹੈ ਨਾ, ਸ੍ਰਿਸ਼ਟੀ ਬਣਾਈ ਹੈ। ਇਸ ਕਰਕੇ ਉਹ ਪਰਮਾਤਮਾ ਜੀਵਾਂ ਨੂੰ ਬੰਨ੍ਹ ਲੈਂਦਾ ਸੰਸਾਰ ਵਿੱਚ, ਕਿਸੇ ਤੋਂ ਪੁੰਨ ਕਰਵਾਈ ਜਾ ਰਿਹਾ, ਕਿਸੇ ਤੋਂ ਪਾਪ, ਫਿਰ ਜੀਵ ਬੱਝੇ ਹੋਏ, ਮੁਕਤ ਨਹੀਂ ਹੋ ਪਾ ਰਹੇ। ਫਿਰ ਫਰਮਾਉਂਦੇ ਹਨ, ਆਪੇ ਦਿਨਸ ਆਪੇ ਹੀ ਰੈਣੀ। ਗੁਰਮੁਖੋ ਦਿਨਸ ਤੋਂ ਭਾਵ ਹੈ ਸੁਖ, ਉਹ ਪਰਮਾਤਮਾ ਸੁਖ ਰੂਪ ਵੀ ਆਪ ਹੈ। ਕਿਸੇ ਨੂੰ ਸੁਖ ਹੀ ਸੁਖ ਦਿੱਤੇ ਹੋਏ, ਕਈ ਕੋਟ ਬੈਠਤੀ ਹੀ ਖਾਹੇ, ਬੈਠਿਆਂ ਹੀ ਸਭ ਪਦਾਰਥ ਪਕਵਾਨ ਭੋਜਨ ਮਿਲੀ ਜਾਂਦੇ। ਉਹ ਪਰਮਾਤਮਾ ਦਿਨਸ ਕਹੀਏ ਸੁਖ ਰੂਪ ਵੀ ਆਪ ਹੈ। ਰੈਣੀ ਰਾਤ, ਰਾਤ ਤੋਂ ਭਾਵ ਹੈ ਗੁਰਮੁਖੋ ਦੁੱਖ, ਦੁੱਖ ਰੂਪ ਵੀ ਉਹ ਪਰਮਾਤਮਾ ਆਪ ਹੈ। ਸੋ ਐਸਾ ਹੈ ਜਦੋਂ ਕੋਈ ਦੁੱਖ ਆ ਜਾਂਦਾ ਨਾ, ਆ ਬਚਨ ਆਪਾਂ ਆਖਦੇ, ਦੁੱਖ ਦੇ ਵਿੱਚ ਫਿਰ ਉਹ ਚੇਤੇ ਆਉਂਦਾ ਹੈ, ਉਹ ਯਾਦ ਆਉਂਦਾ ਹੈ। ਜਿਵੇਂ ਕਬੀਰ ਸਾਹਿਬ ਜੀ ਕਹਿਣ ਲੱਗੇ, ਕਾਮ ਪਰੇ ਤੇ ਸਿਮਰੀਐ, ਜਿਹਨੂੰ ਉਹਨੇ ਸਿਮਰਨ ਵਿੱਚ ਲਾਉਣਾ, ਫਿਰ ਨਿੱਕਾ ਜਿਹਾ ਦੁੱਖ ਵੀ ਉੱਤੇ ਪਾ ਦਿੰਦਾ ਵੀ ਚੱਲ ਦੁੱਖ ਨੂੰ ਵੇਖ ਕੇ ਮੈਨੂੰ ਚੇਤੇ ਕਰੇਗਾ। ਦੁੱਖ ਰੂਪ ਵੀ ਉਹ ਆਪ ਹੈ, ਆਪਣਾ ਨਾਮ ਜਪਾਉਣ ਵਾਸਤੇ। ਸੁਖ ਰੂਪ ਵੀ ਉਹ ਪਰਮਾਤਮਾ ਆਪ ਹੈ। ਇਸੇ ਪੰਕਤੀ ਨੂੰ ਫਿਰ ਫਰਮਾਉਂਦੇ ਹਨ, ਆਪੇ ਦਿਨਸ ਆਪੇ ਹੀ ਰੈਣੀ। ਗੁਰਮੁਖੋ ਦਿਨਸ ਤੋਂ ਭਾਵ ਹੈ ਹਰਖ, ਹਰਖ ਰੂਪ ਵੀ ਉਹ ਪਰਮਾਤਮਾ ਆਪ ਹੈ। ਤੇ ਰੈਣੀ ਕਹੀਏ ਸੋਗ, ਸੋਗ ਰੂਪ ਵੀ ਆਪ ਹੈ, ਗਮ ਰੂਪ ਵੀ ਆਪ ਹੈ, ਚਿੰਤਾ ਦਾ ਰੂਪ ਵੀ ਆਪ ਹੀ ਹੈ। ਇਹਨਾਂ ਸਾਰਿਆਂ ਵਿੱਚੋਂ ਆਪ ਹੀ ਵਸਿਆ ਹੋਇਆ ਹੈ। ਆਪ ਤੀਜੈ ਗੁਰ ਕੀ ਬੈਣੀ। ਆਪ ਹੀ ਜਗਿਆਸੂ ਰੂਪ ਹੋ ਜਾਂਦਾ ਹੈ ਤੇ ਭਤੀਜਾ ਫਿਰ ਭਰੋਸਾ ਕਰਦਾ ਗੁਰੂ ਦੇ ਬਚਨਾਂ ਦੇ ਉੱਪਰ। ਜਿਵੇਂ ਅਸੀਂ ਸੰਸਾਰੀ ਲੋਕ ਆ, ਅਸੀਂ ਜਗਿਆਸੂ ਨਹੀਂ ਹਾਂ, ਕਿਉਂਕਿ ਅਸੀਂ ਭਰੋਸਾ ਨਹੀਂ ਕਰ ਪਾ ਰਹੇ। ਬਚਨ ਸੁਣਦੇ ਜ਼ਰੂਰ ਹਾਂ, ਗੁਰਬਾਣੀ ਦਾ ਪੜ੍ਹਦੇ ਵੀ ਹਾਂ, ਪਰ ਭਰੋਸਾ ਸਾਡਾ ਕਈ ਵਾਰੀ ਟੁੱਟ ਜਾਂਦਾ ਹੈ। ਪੂਰਨ ਜਗਿਆਸੂ ਉਹ ਨੇ ਗੁਰਮੁਖ ਜਿਹੜੇ ਪੂਰਾ ਪੂਰਾ ਭਰੋਸਾ ਰੱਖਦੇ, ਉਹਨਾਂ ਨੂੰ ਕਿਹਾ ਜਾਂਦਾ ਜਗਿਆਸੂ, ਜਗਿਆਸਾ ਰੱਖਣ ਵਾਲੇ। ਜਗਿਆਸਾ ਤੋਂ ਭਾਵ ਹੈ ਜਿਨ੍ਹਾਂ ਦਾ ਅੰਦਰ ਜਾਗਿਆ ਹੈ, ਜਿਨ੍ਹਾਂ ਨੂੰ ਚੇਟਕ ਲੱਗੀ ਹੈ, ਜਿਨ੍ਹਾਂ ਨੂੰ ਜਾਗ ਲੱਗੀ ਹੈ, ਉਹ ਫਿਰ ਭਰੋਸਾ ਰੱਖਦੇ। ਮਹਾਰਾਜ ਕਹਿਣ ਲੱਗੇ ਆਪ ਭਤੀਜਾ ਹੈ, ਜਗਿਆਸੂ ਰੂਪ ਹੋ ਕੇ, ਚੇਲਾ ਬਣ ਕੇ ਆਪ ਹੀ ਭਰੋਸਾ ਕਰਦਾ ਹੈ। ਗੁਰ ਕੀ ਬੈਣੀ, ਗੁਰੂ ਦੇ ਬਚਨਾਂ ਦੇ ਉੱਪਰ ਗੁਰੂ ਬਣ ਕੇ ਆਪ ਹੀ ਬਚਨ ਕਰਦਾ ਹੈ ਤੇ ਚੇਲਾ ਬਣ ਕੇ ਆਪ ਹੀ ਬਚਨਾਂ ਤੇ ਭਰੋਸਾ ਕਰਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਬਣ ਕੇ ਕਹਿਣ ਲੱਗੇ ਮੁਰਦਾ ਖਾ ਲਵੋ ਭਾਈ ਲਹਿਣਾ ਜੀ ਨੂੰ, ਤੇ ਉਸ ਵੇਲੇ ਭਾਈ ਲਹਿਣਾ ਜੀ ਇਸ ਵੇਲੇ ਸੇਵਕ ਨੇ, ਸੇਵਕ ਬਣ ਕੇ ਬਚਨ ਤੇ ਭਰੋਸਾ ਕਰਦੇ ਪਏ, ਮਹਾਰਾਜ ਕਿਹੜੇ ਪਾਸਿਓਂ ਖਾ ਲਈਏ। ਇਸ ਤਰ੍ਹਾਂ ਉਹ ਸੇਵਕ ਰੂਪ ਵੀ ਆਪ ਹੀ ਹੈ ਪਰਮਾਤਮਾ, ਤੇ ਗੁਰੂ ਬਣ ਕੇ ਉਪਦੇਸ਼ ਦੇਣ ਵਾਲਾ ਵੀ ਆਪ ਹੈ। ਆਦ ਜੁਗਾਦ ਅਨਾਹਦ ਅੰਦਿਨ ਘਟ ਘਟ ਸ਼ਬਦ ਰਜਾਈ ਹੈ। ਮਹਾਰਾਜ ਕਹਿਣ ਲੱਗੇ ਹੇ ਰਜਾਈ, ਰਜਾ ਵਿੱਚ ਰੱਖਣ ਵਾਲੇ, ਰਜਾ ਕਹੀਏ ਹੁਕਮ ਕਰਨ ਵਾਲੇ ਪਰਮਾਤਮਾ, ਆਪ ਸ਼ਬਦ ਕਹੀਏ ਬ੍ਰਹਮ ਰੂਪ ਹੋ, ਬ੍ਰਹਮ ਰੂਪ ਹੋ ਕੇ ਹਰੇਕ ਘਟ ਘਟ ਵਿੱਚ ਸਮਾਏ। ਕੋਈ ਇਹੋ ਜਿਹੀ ਜਗ੍ਹਾ ਹੈ ਨਹੀਂ ਜਿੱਥੇ ਆਪ ਨਾ ਹੋਵੋ। ਆਦ ਜੁਗਾਦ, ਆਦ ਮੁੱਢ ਤੋਂ ਯੁਗ ਆਦ, ਜਿੰਨੇ ਵੀ ਯੁਗ ਨੇ, ਸਤਿਯੁਗ ਹੈ, ਤ੍ਰੇਤਾ, ਦੁਆਪਰ, ਕਲਯੁਗ, ਇਹਨਾਂ ਚਾਰ ਚਾਰ ਯੁੱਗਾਂ ਦੀਆਂ ਜਿੰਨੀਆਂ ਵੀ ਚੌਂਕੜੀਆਂ ਨੇ ਸਾਰਿਆਂ ਵਿੱਚ ਆਪ ਸਮਾਏ ਹੋਏ।
ਅਨਾਹਦ ਕਹੀਏ ਇੱਕ ਰਾਸ, ਦਿਨੇ ਰਾਤ ਆਪ ਸਾਰਿਆਂ ਘਟਾਂ ਵਿੱਚ ਨਿਵਾਸ ਕਰਦੇ ਹੋ। ਆਪੇ ਰਤਨ ਅਨੂਪ ਅਮੋਲੋ। ਉਹ ਪਰਮਾਤਮਾ ਅਨੂਪ ਉਪਮਾ ਤੋਂ ਰਹਿਤ ਹੈ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਪਰਮਾਤਮਾ ਦੀ ਮੁਕੰਮਲ ਸਿਫਤ ਕਰ ਲਵਾਂਗਾ, ਮੈਂ ਪੂਰੀ ਸਿਫਤ ਕਰ ਦਿਆਂਗਾ ਪਰਮਾਤਮਾ ਦੀ। ਨਹੀਂ, ਕੋਈ ਵੀ ਦੁਨੀਆ ਵਿੱਚ ਉਹਦੀ ਸਿਫਤ ਨਹੀਂ ਕਰ ਸਕਦਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਚਨ ਲਿਖਿਆ, ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚੇਤਨਾ। ਨਾਨਕ ਕਿਆ, ਇਹ ਗੁਰਬਾਣੀ ਦਾ ਮਹਾਵਾਕ ਹੈ ਨਾ। ਮਹਾਰਾਜ ਕਹਿਣ ਲੱਗੇ ਕਿੰਨੇ ਕੁ ਗਾਉਂਦੇ ਪਏ, ਕਿੰਨੇ ਕੁ ਧਿਆਉਂਦੇ ਪਏ, ਕਿੰਨੇ ਕੁ ਜਪਦੇ ਪਏ, ਚਿੱਤ ਚੇਤੇ ਅੰਦਰ ਹੀ ਨਹੀਂ, ਗਿਣਤੀ ਵਿੱਚ ਹੀ ਨਹੀਂ। ਪਰਮਾਤਮਾ ਅਨੂਪ ਉਪਮਾ ਤੋਂ ਰਹਿਤ, ਉਹਦੀ ਕੋਈ ਮੁਕੰਮਲ ਉਪਮਾ ਨਹੀਂ ਕਰ ਸਕਿਆ ਦੁਨੀਆ ਵਿੱਚ, ਨਾ ਕੋਈ ਕਰ ਸਕੇਗਾ। ਅਮੋਲੋ, ਨਾ ਉਹਦਾ ਕੋਈ ਮੁੱਲ ਪਾ ਸਕਦਾ ਹੈ ਦੁਨੀਆ ਵਿੱਚ। ਭਾਵੇਂ ਕੋਈ ਅਰਬਾਪਤੀ ਬਣ ਜਾਵੇ, ਖਰਬਾਪਤੀ ਬਣ ਜਾਵੇ, ਹੀਰਿਆਂ ਦਾ ਮਾਲਕ ਬਣ ਜਾਵੇ, ਜਵਾਹਰਾਤ ਸੋਨੇ ਦੀਆਂ ਖਾਨਾਂ ਦਾ ਮਾਲਕ ਬਣ ਜਾਵੇ, ਪਰਮਾਤਮਾ ਦਾ ਮੁੱਲ ਫਿਰ ਵੀ ਨਹੀਂ ਪੈਣਾ ਹੈ। ਉਹ ਮੁੱਲ ਤੋਂ ਰਹਿਤ ਹੈ, ਇਸ ਕਰਕੇ ਉਹਨੂੰ ਕਿਹਾ ਅਮੋਲੋ। ਹਰ ਆਪ ਅਮੁੱਲਕ ਹੈ, ਮੁੱਲ ਤੋਂ ਰਹਿਤ ਪਰਮਾਤਮਾ। ਤੇ ਪਾਤਸ਼ਾਹ ਕਹਿਣ ਲੱਗੇ ਆਪੇ ਰਤਨ, ਉਹ ਰਤਨ ਰੂਪ ਆਪ ਹੈ। ਰਤਨ ਕਹੀਏ ਗੁਰਮੁਖੋ, ਰਤਨ ਦੇ ਵਾਂਗ ਅਮੋਲਕ ਹੈ, ਨਾ ਰਤਨ ਦਾ ਮੁੱਲ ਨਾ ਪਰਮਾਤਮਾ ਦਾ ਹੈ। ਆਪੇ ਪਰਖੇ ਪੂਰਾ ਤੋਲੋ। ਜਾਂ ਆਪਾਂ ਇਸੇ ਪੰਕਤੀ ਨੂੰ ਦੁਬਾਰਾ ਪਿਛਲੀ ਨੂੰ ਫਿਰ ਪੜ੍ਹ ਲੈਣਾ ਕਰੀਏ। ਆਪੇ ਰਤਨ ਅਨੂਪ ਅਮੋਲੋ। ਰਤਨ ਤੋਂ ਭਾਵ ਹੈ ਗੁਰਮੁਖੋ ਵੈਰਾਗ। ਵੈਰਾਗ ਆ ਜਾਣਾ ਪਰਮਾਤਮਾ ਨੂੰ ਮਿਲਣ ਦਾ, ਇਹ ਵੀ ਪਰਮਾਤਮਾ ਆਪ ਹੀ ਹੈ। ਅੱਖਾਂ ਵਿੱਚੋਂ ਉਹਦੀ ਪ੍ਰਾਪਤੀ ਦੇ ਤਰਸਯੋਗ ਹੰਝੂ ਵਗਦੇ ਰਹਿਣ, ਕਦੋਂ ਮਿਲੇਗਾ ਪਰਮਾਤਮਾ। ਸਗਲ ਭਵਨ ਕੇ ਨਾਇਕਾ ਇੱਕ ਸ਼ੈਨ ਦਰਸ ਦਿਖਾਏ ਜੀ, ਇਹ ਵੈਰਾਗ ਹੈ ਪਰਮਾਤਮਾ। ਇੱਕ ਵਾਰੀ ਬਸ ਝਲਕ ਵਿਖਾਓ ਆਪਣੀ। ਪਾਤਸ਼ਾਹ ਕਹਿਣ ਲੱਗੇ ਵੈਰਾਗ ਰੂਪ ਆਪ ਹੈ ਪਰਮਾਤਮਾ। ਅਤੇ ਉਹ ਪਰਮਾਤਮਾ ਜਿਹੜਾ ਹੈ ਪਰਖਣੇ ਵਾਲਾ ਆਪ ਹੀ ਹੋ ਰਿਹਾ ਹੈ। ਰਤਨ ਰੂਪ ਵੀ ਆਪ ਹੈ, ਵੈਰਾਗ ਰੂਪ ਵੀ ਆਪ ਹੈ, ਉਪਮਾ ਤੋਂ ਰਹਿਤ ਹੈ, ਉਸ ਦਾ ਕੋਈ ਮੁੱਲ ਨਹੀਂ ਪਾ ਸਕਦਾ ਹੈ। ਆਪੇ ਪਰਖੇ ਪੂਰਾ ਤੋਲੋ। ਪਰਖਣੇ ਵਾਲਾ ਵੀ ਆਪ ਹੈ ਅਤੇ ਇਸੇ ਤਰ੍ਹਾਂ ਪੂਰਾ ਤੋਲੋ, ਪੂਰਾ ਵਿਚਾਰ ਦੇਣ ਵਾਲਾ ਵੀ ਆਪ ਹੈ। ਗੁਰੂ ਬਣ ਕੇ ਪਰਖ ਵੀ ਆਪ ਪਾ ਦਿੰਦਾ ਹੈ, ਮਦਦਗਾਰ ਬਣ ਕੇ ਵਿਚਾਰ ਵੀ ਦੇ ਦਿੰਦਾ ਹੈ ਵੀ ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਕਰ, ਤੇਰਾ ਭਲਾ ਹੋਵੇਗਾ। ਪੂਰਾ ਤੋਲੋ, ਇਸ ਤਰ੍ਹਾਂ ਦੀ ਉਸਦੀ ਤਕੜੀ ਦਾ ਪੂਰਾ ਵਿਚਾਰ ਰੂਪੀ ਤੋਲ ਹੈ। ਬੀਬੀ ਸੁਲੱਖਣੀ ਆਖਦੀ ਹੈ ਪੁੱਤਰ ਦੀ ਦਾਤ ਚਾਹੀਦੀ ਹੈ। ਕਹਿਣ ਵਾਲੇ ਵੀ ਉਹਦੇ ਵਿੱਚ ਗੁਰੂ ਪਾਤਸ਼ਾਹ ਆਪ ਹੀ ਨੇ। ਗੁਰੂ ਬਣ ਕੇ ਫਿਰ ਮਨਾ ਵੀ ਕਰ ਦਿੰਦੇ, ਨਹੀਂ ਕਰਮਾਂ 'ਚ ਨਹੀਂ ਲਿਖਿਆ ਹੈ। ਫਿਰ ਕਿਸੇ ਸਿੱਖ ਦਾ ਰੂਪ ਬਣ ਕੇ ਵਿਚਾਰ ਦੇ ਦਿੰਦੇ, ਸੋਝੀ ਦੇ ਦਿੰਦੇ, ਬੀਬੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ। ਜਦੋਂ ਫਿਰ ਬੀਬੀ ਉਹ ਕਾਗਜ਼ ਕਲਮ ਲਿਆ ਕੇ ਅੱਗੇ ਰੱਖਦੀ ਹੈ, ਫਿਰ ਗੁਰੂ ਬਣ ਕੇ ਆਪ ਹੀ ਤਰੁੱਠ ਕੇ ਦਾਤ ਵੀ ਦਿੰਦੇ। ਸਾਰਿਆਂ ਵਿੱਚ ਆਪ ਵਰਤ ਰਹੇ ਹਨ। ਆਪੇ ਕਿਸ ਹੀ ਕਸ ਬਖਸ਼ੈ। ਮਹਾਰਾਜ ਕਹਿਣ ਲੱਗੇ ਆਪ ਹੀ ਉਹ ਪਰਮਾਤਮਾ ਕਸ ਕਹੀਏ ਕਸਵੱਟੀ, ਕਸ ਕਹੀਏ ਤਾੜਨਾ ਦੇ ਕੇ ਬਖਸ਼ ਵੀ ਲੈਂਦਾ ਹੈ। ਜਦੋਂ ਕੋਈ ਬੰਦਾ ਗਲਤੀ ਕਰਦਾ ਹੈ ਉਹਨੂੰ ਫਿਰ ਤਾੜਨਾ ਕਰਦਾ ਹੈ, ਉਹਨੂੰ ਮਾਰ ਪਵਾਉਂਦਾ ਹੈ। ਤੇ ਫਿਰ ਮਾਰ ਖਾ ਕੇ ਬੰਦਾ ਸਮਝ ਜਾਂਦਾ ਵੀ ਇਹ ਮੈਂ ਗਲਤੀ ਕੀਤੀ ਨਹੀਂ ਸੀ ਕਰਨੀ ਚਾਹੀਦੀ। ਜਿਵੇਂ ਕੁੱਤਾ ਡੰਡੇ ਤੋਂ ਡਰਦਾ ਹੈ, ਇਸ ਤਰ੍ਹਾਂ ਫਿਰ ਮਨੁੱਖਾਂ ਨੂੰ ਵੀ ਉਹ ਕਸ ਕਹੀਏ ਕਸਵੱਟੀ ਲਾਉਂਦਾ ਹੈ। ਜਦੋਂ ਕਸਵੱਟੀ ਲੱਗਦੀ ਹੈ ਨਾ ਤੇ ਫਿਰ ਮਨੁੱਖ ਉਹਦੀ ਬੰਦਗੀ ਵਿੱਚ ਪੂਰੇ ਉਤਰ ਜਾਂਦੇ। ਜਿਵੇਂ ਬਾਬਾ ਫਰੀਦ ਸਾਹਿਬ ਜੀਆਂ ਨੇ 48 ਸਾਲ ਤਪ ਕੀਤਾ ਆਪਣੀ ਜ਼ਿੰਦਗੀ 'ਚੋਂ। 48 ਸਾਲ ਕਸਵੱਟੀ ਲੱਗੀ ਹੈ, ਫਿਰ ਜਾ ਕੇ ਪਰਮਾਤਮਾ ਦੀ ਪ੍ਰਾਪਤੀ ਵਾਲੇ ਹੋਏ। ਇਸ ਤਰ੍ਹਾਂ ਕਸ ਕਹੀਏ ਕਸਵੱਟੀ ਵੀ ਆਪ ਲਾਉਂਦਾ, ਪਰਖ ਵੀ ਆਪ ਪਾਉਂਦਾ, ਪਰਖ ਵਿੱਚੋਂ ਕੱਢਦਾ ਫਿਰ ਵਾਰ-ਵਾਰ। ਆਪੇ ਕਿਸ ਹੀ ਕਸ ਕਹੀਏ ਗੁਰਮੁਖੋ ਕਸਵੱਟੀ ਲਾਉਣੀ, ਕਸਵੱਟੀ ਲਾ ਕੇ ਉਹ ਬਖਸ਼ਦਾ ਵੀ ਫਿਰ ਆਪ ਹੈ, ਮਾਫ ਵੀ ਕਰ ਦਿੰਦਾ, ਆਪਣੇ ਵਿੱਚ ਮਿਲਾ ਲੈਂਦਾ। ਫਿਰ ਫਰਮਾਉਂਦੇ ਹਨ ਆਪੇ ਕਿਸ ਹੀ ਕਸ ਬਖਸ਼ੇ। ਕਸ ਨਾਮ ਗੁਰਮੁਖੋ ਤਾੜਨਾ ਦਾ ਵੀ ਹੈ, ਸਜ਼ਾ ਦੇਣੀ, ਸਜ਼ਾ ਵੀ ਦਿੰਦਾ ਹੈ। ਸਜ਼ਾ ਦੇ ਕੇ ਫਿਰ ਬਖਸ਼ ਵੀ ਲੈਂਦਾ ਹੈ। ਮਾਰ ਪਵਾ ਕੇ, ਸਜ਼ਾ ਦੇ ਕੇ, ਜਾਚਨਾ ਕਰਵਾ ਕੇ ਫਿਰ ਬਖਸ਼ ਲੈਂਦਾ ਹੈ। ਫਿਰ ਫਰਮਾਉਂਦੇ ਹਨ ਆਪੇ ਕਿਸ ਹੀ ਕਸ ਬਖਸ਼ੇ। ਗੁਰਮੁਖੋ ਕਸ ਫਾਰਸੀ ਦਾ ਸ਼ਬਦ ਹੈ। ਕਸ ਤੋਂ ਭਾਵ ਹੁੰਦਾ ਗੁਰਮੁਖੋ ਆਦਮੀ, ਜਿਹਨੂੰ ਆਪਾਂ ਕਹਿ ਦਿੰਦੇ ਮਨੁੱਖ।
ਉਹ ਪਰਮਾਤਮਾ ਇਹਨਾਂ ਮਨੁੱਖਾਂ ਨੂੰ ਆਪ ਹੀ ਬਖਸ਼ਣ ਵਾਲਾ ਹੈ, ਮਾਫ ਕਰ ਦਿੰਦਾ ਸਾਰੇ ਮਨੁੱਖਾਂ ਨੂੰ ਆਪਣੀ ਸ਼ਰਨ ਦੇ ਕੇ। ਆਪੇ ਦੇ ਲੈ ਭਾਈ ਹੈ, ਉਹ ਆਪ ਹੀ ਦਿੰਦਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸਾਰਿਆਂ ਨੂੰ ਦਿੰਦਾ ਪਿਆ ਹੈ। ਆਪੇ ਫਿਰ ਦਿੱਤੀ ਦਾਤ ਨੂੰ ਲੈ ਵੀ ਲੈਂਦਾ ਹੈ। ਵੱਡੇ ਵੱਡੇ ਰਾਜੇ ਰਾਜ ਕਮਾਉਂਦੇ ਪਏ, ਕਦੇ ਨੰਗੇ ਪੈਰੀਂ ਦੌੜਦੇ ਪਏ, ਰਾਜ ਭਾਅ ਖੋਹ ਵੀ ਲੈਂਦਾ। ਆਪੇ ਹੀ ਦਿੰਦਾ ਹੈ, ਆਪੇ ਹੀ ਫਿਰ ਉਹ ਪਰਮਾਤਮਾ ਲੈਂਦਾ ਹੈ। ਇਹ ਭਾਈ ਦੇਣ ਵਾਲਾ ਵੀ ਆਪ ਹੈ, ਦਿੱਤੀ ਦਾਤ ਨੂੰ ਵਾਪਸ ਲੈਣ ਵਾਲਾ ਵੀ ਆਪ ਹੈ। ਆਪੇ ਧਨਖ ਆਪੇ ਸਰਬਾਣਾ, ਉਹ ਪਰਮਾਤਮਾ ਧਨੁਖ ਰੂਪ ਆਪ ਹੈ। ਤੀਰ ਕਮਾਨ ਜਿਹਨੂੰ ਆਪਾਂ ਕਹਿ ਦਿੰਦੇ, ਤੀਰ ਕਮਾਨ ਵੀ ਆਪ, ਧਨੁਖ ਵੀ ਆਪ ਹੈ। ਤੇ ਬਾਨਾ ਕਹੀਏ ਤੀਰ, ਤੀਰ ਸਦਰਸ਼ ਵੀ ਆਪ ਹੈ, ਤੀਰ ਵੀ ਆਪ ਹੈ, ਕਮਾਨ ਵੀ ਆਪ ਹੋ ਰਿਹਾ ਹੈ। ਫਿਰ ਫਰਮਾਉਂਦੇ ਹਨ ਆਪੇ ਧਨਖ ਆਪੇ ਸਰਬਾਣਾ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਉਹ ਪਰਮਾਤਮਾ ਜਿਹੜਾ ਹੈ ਆਪ ਹੀ ਸੁੱਧ ਮਨ ਰੂਪੀ ਧਨੁਖ ਹੈ, ਆਪ ਹੀ ਆਤਮ ਵਿਸ਼ਾਨੀ ਬੁੱਧੀ ਰੂਪੀ ਕਮਾਨ ਹੈ। ਫਿਰ ਫਰਮਾਉਂਦੇ ਹਨ ਆਪੇ ਧਨਖ ਆਪੇ ਸਰਬਾਣਾ। ਉਹ ਪਰਮਾਤਮਾ ਧਨੁਖ ਕਹੀਏ ਕਿ ਉਹ ਜਿਹੜਾ ਪਰਮਾਤਮਾ ਹੈ ਆਪ ਹੀ ਸਰ ਕਹੀਏ ਸ੍ਰੇਸ਼ਟ ਪ੍ਰੇਮ ਰੂਪੀ ਤੀਰ ਹੈ। ਪ੍ਰੇਮ ਕੇ ਸਰ ਲਾਗੇ ਧਨ ਭੀਤਰ, ਗੁਰਬਾਣੀ ਦਾ ਬਚਨ ਹੈ। ਪ੍ਰੇਮ ਰੂਪੀ ਤੀਰ ਵੀ ਆਪ ਹੀ ਹੈ। ਕਈ ਵਾਰੀ ਕੋਈ ਇਹੋ ਜਿਹਾ ਪਿਆਰਾ ਬਚਨ ਗੁਰਬਾਣੀ ਵਿੱਚੋਂ ਸੁਣਦਾ, ਕੀਰਤਨ ਕਥਾ ਵਿੱਚੋਂ ਸੁਣਦੇ ਹਾਂ ਵੀ ਉਹ ਬਚਨ ਮਨ ਵਿੱਚ ਘਰ ਹੀ ਕਰ ਜਾਂਦਾ ਹੈ, ਮਨੁੱਖ ਦਾ ਜੀਵਨ ਬਦਲ ਜਾਂਦਾ ਹੈ। ਉਹ ਪਰਮਾਤਮਾ ਤੀਰ ਕਹੀਏ ਪ੍ਰੇਮ ਰੂਪੀ ਬਾਣ, ਮੇਰੇ ਤਨ ਪ੍ਰੇਮ ਲੱਗੋ ਹਰ ਤੀਰ। ਪ੍ਰੇਮ ਰੂਪੀ ਤੀਰ ਮਾਰਨ ਵਾਲਾ, ਆਪਣੀ ਸੋਝੀ ਦੇਣ ਵਾਲਾ, ਗਿਆਨ ਵਾਲਾ ਵੀ ਆਪ ਹੈ। ਆਪੇ ਸੁਗੜ ਸਰੂਪ ਸਿਆਣਾ। ਉਹ ਪਰਮਾਤਮਾ ਸੁੰਦਰ ਸਰੂਪ ਹੈ। ਦੁਨੀਆ ਵਿੱਚ ਬੜੇ ਬੜੇ ਸੋਹਣੇ ਨੇ, ਪਰ ਪਰਮਾਤਮਾ ਵਰਗਾ ਸੋਹਣਾ ਕੋਈ ਨਹੀਂ ਹੈ। ਉੱਥੇ ਜਾ ਕੇ ਸੁੰਦਰਤਾ ਹੀ ਖਤਮ ਹੋ ਜਾਂਦੀ ਹੈ, ਐਸਾ ਉਹ ਸੁੰਦਰ ਸਰੂਪ ਹੈ। ਤੇ ਪਾਤਸ਼ਾਹ ਕਹਿਣ ਲੱਗੇ ਸਿਆਣਾ ਬਹੁਤ ਹੀ ਚਤੁਰ ਹੈ, ਪਰਮਾਤਮਾ ਨੂੰ ਛਲਿਆ ਨਹੀਂ ਜਾਂਦਾ। ਬੰਦੇ ਨੂੰ ਛਲ ਲਵਾਂਗੇ ਦੋ ਚਾਰ ਇੱਧਰ ਉੱਧਰ ਦੀਆਂ ਗੱਲਾਂ ਕਰਕੇ, ਰੱਬ ਨਹੀਂ ਛਲਿਆ ਜਾਂਦਾ। ਉਹ ਬੜਾ ਹੀ ਚਤੁਰ ਹੈ, ਉਹ ਬੜਾ ਹੀ ਸਿਆਣਾ ਹੈ, ਸ੍ਰੇਸ਼ਟ ਘਾਟਤਾ ਨੂੰ ਘੜਨ ਵਾਲਾ ਹੈ। ਕਹਿਤਾ ਬਖਤਾ ਸੁਨਤਾ ਸੋਈ। ਉਹ ਕਹਿਤਾ ਕਹੀਏ ਕਹਿੰਦਾ ਵੀ ਆਪ ਹੈ। ਜਿਵੇਂ ਹੁਣ ਆਪਾਂ ਕਥਾ ਸੁਣਦੇ ਪਏ ਨਾ, ਕਥਾ ਕਹਾ ਵੀ ਆਪ ਹੀ ਰਿਹਾ, ਕਥਾ ਕਹਿਣ ਵਾਲਾ ਵੀ ਆਪ ਹੈ। ਤੇ ਬਖਤਾ ਕਹੀਏ ਬੋਲਣ ਵਾਲਾ, ਕਹਾਉਣ ਵਾਲਾ ਵੀ ਆਪ ਹੈ। ਪਿੱਛੋਂ ਤਾਕਤ ਦਿੰਦਾ ਪਿਆ ਤਾਂ ਹੀ ਆਪਾਂ ਬੋਲਦੇ ਪਏ ਨਾ। ਕਥਾ ਕਹਾਣੀ ਕਹਾਉਣ ਵਾਲਾ ਆਪ ਹੈ। ਬਖਤਾ ਬਣ ਕੇ ਫਿਰ ਕਹਿਣ ਵਾਲਾ ਆਪ ਹੈ। ਤੇ ਸੁਣਤਾ ਜਿਹੜੇ ਸੰਗਤ ਵਿੱਚ ਆ ਕੇ ਬੈਠੇ ਸੁਣਦੇ ਪਏ, ਸੁਣਨ ਵਾਲਾ ਵੀ ਆਪ ਹੈ। ਕਹਾਉਂਦਾ ਵੀ ਆਪ ਹੀ ਪਿਆ, ਕਹਿੰਦਾ ਵੀ ਆਪ ਹੀ ਪਿਆ, ਅਤੇ ਸੁਣਦਾ ਵੀ ਆਪ ਹੀ ਪਿਆ ਹੈ। ਸਾਰਿਆਂ ਥਾਵਾਂ ਤੇ ਆਪੇ ਹੀ ਸਮਾਇਆ ਹੋਇਆ ਹੈ। ਫਿਰ ਫਰਮਾਉਂਦੇ ਹਨ ਕਹਿਤਾ ਬਖਤਾ ਸੁਨਤਾ ਸੋਈ। ਵੇਦਾਂ ਨੂੰ ਕਹਿਣ ਵਾਲਾ ਬ੍ਰਹਮਾ ਹੈ। ਬ੍ਰਹਮਾ ਰੂਪ ਵੀ ਆਪ ਹੋ ਕੇ ਵੇਦਾਂ ਨੂੰ ਕਹਿੰਦਾ ਪਿਆ ਹੈ। ਉਹਨਾਂ ਵੇਦਾਂ ਦਾ ਜਿਹੜਾ ਉਪਦੇਸ਼ ਹੈ ਉਸ ਨੂੰ ਬਿਆਸ ਲਿਖੀ ਜੀ ਅੱਗੇ ਬੋਲ ਬੋਲ ਕੇ ਗ੍ਰੰਥਾਂ ਵਿੱਚ ਲਿਖਦੇ ਪਏ। ਬਿਆਸ ਰੂਪ ਵੀ ਆਪ ਹੋ ਰਿਹਾ। ਤੇ ਸੁਣਤਾ ਸੁਣਨ ਵਾਲੇ ਜੈਵਨ ਮੁਨੀ ਵਰਗੇ ਜਿਹੜੇ ਚੇਲੇ ਸਨ ਬਿਆਸ ਜੀ ਦੇ, ਸੁਣਨ ਵਾਲੇ ਜੈਵਨ ਮੁਨੀ ਵਰਗਿਆਂ ਦਾ ਰੂਪ ਵੀ ਮੁਨੀ ਵੀ ਆਪ ਹੋ ਰਿਹਾ। ਬਿਆਸ ਵੀ ਆਪ ਹੀ ਹੈ, ਬ੍ਰਹਮਾ ਵੀ ਉਹ ਆਪ, ਸਾਰਿਆਂ ਵਿੱਚ ਆਪ ਹੈ। ਫਿਰ ਫਰਮਾਉਂਦੇ ਹਨ ਕਹਿਤਾ ਬਖਤਾ ਸੁਨਤਾ ਸੋਈ। ਕਹਿਤਾ ਕੌਣ ਹੈ? ਪਰਮੇਸ਼ਰ। ਪਰਮੇਸ਼ਰ ਕਹਿੰਦਾ ਹੈ ਜਿਹੜੀ ਗੱਲ। ਤੇ ਬਖਤਾ ਫਿਰ ਗੁਰੂ ਪਾਤਸ਼ਾਹ ਉਸ ਗੱਲ ਨੂੰ ਅੱਗੇ ਕਹਿੰਦੇ ਨੇ, ਜਿਵੇਂ ਬਚਨ ਆ ਗਿਆ ਨਾ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਸਤਿਗੁਰੂ ਕਹਿੰਦੇ ਹਾਂ ਆਪੋ ਕਛੂ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਮੈਂ ਕੁਝ ਨਹੀਂ ਆਪ ਕਹਿ ਰਿਹਾ। ਕਹਿਤਾ ਕਹਾਉਣ ਵਾਲਾ ਸਾਨੂੰ ਉਹ ਹੈ ਪਰਮਾਤਮਾ, ਜਿਵੇਂ ਉਹ ਕਹਿੰਦਾ ਉਵੇਂ ਅਸੀਂ ਕਹਿੰਦੇ। ਮੈਂ ਕਹਿਆ ਸਭ ਹੁਕਮਾਓ ਜੀਓ, ਜਿਵੇਂ ਉਹਦਾ ਹੁਕਮ ਉਵੇਂ ਕਿਹਾ ਹੈ। ਤੇ ਬਖਤਾ ਫਿਰ ਗੁਰੂ ਬਣ ਕੇ ਉਪਦੇਸ਼ ਦੇ ਦਿੰਦੇ। ਜੋ ਪਰਮੇਸ਼ਰ ਕਹਿੰਦਾ ਫਿਰ ਗੁਰੂ ਉਸ ਬਚਨ ਨੂੰ ਅੱਗੇ ਸੰਗਤ ਨੂੰ ਦੱਸ ਦਿੰਦੇ। ਤੇ ਸੁਣਤਾ ਸੰਗਤ, ਫਿਰ ਜਿਹੜੀ ਗੁਰੂ ਦੀ ਸੰਗਤ ਹੈ ਉਸ ਸੰਗਤ ਵਿੱਚ ਆ ਕੇ ਸਰੋਤੇ ਫਿਰ ਬਚਨ ਸੁਣਦੇ, ਕਥਾ ਕੀਰਤਨ ਸੁਣਦੇ। ਸੁਣਨ ਵਾਲਾ ਵੀ ਆਪ ਹੀ ਬਣ ਕੇ ਬੈਠਾ ਹੈ। ਆਪੇ ਬਣਤ ਬਣਾਈ ਹੈ। ਸਾਰੀ ਬਣਤ ਸ੍ਰਿਸ਼ਟੀ ਦੀ ਬਣਾਵਟ ਜਿਹੜੀ ਬਣਾਵਟ ਹੈ, ਇਹ ਜੋ ਕੁਝ ਵੀ ਬਣਿਆ ਸਾਡੇ ਸਰੀਰਾਂ ਦਾ ਆਕਾਰ ਬਣਿਆ,
ਐਸੇ ਤਰ੍ਹਾਂ ਸਾਡੇ ਘਰਾਂ ਦਾ ਆਕਾਰ ਬਣਿਆ ਹੈ, ਧਰਤੀ ਦਾ ਆਕਾਰ, ਚੰਦਰਮਾ ਦਾ ਆਕਾਰ, ਜਿੰਨੀ ਵੀ ਬਣਤ ਬਣੀ ਘਾੜਤ ਘੜੀ ਹੈ, ਸਭ ਨੂੰ ਆਪ ਬਣਾਉਣ ਵਾਲਾ ਹੈ। ਪੌਣ ਗੁਰੂ ਪਾਣੀ ਪਿਤ ਜਾਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਜੋ ਗੁਰੂ ਹੈ ਉਹ ਪੌਣ ਰੂਪ ਹੈ, ਜਗਤ ਦਾ ਗੁਰੂ ਪੌਣ ਹੈ। ਜਿਵੇਂ ਹਵਾ ਹੈ ਨਾ, ਹਵਾ ਨਾਲ ਰੁੱਖ ਪੌਦੇ ਪ੍ਰਫੁੱਲਤ ਹੁੰਦੇ, ਪਸ਼ੂ ਪੰਛੀਆਂ ਨੂੰ ਸਾਹ ਆਉਂਦਾ, ਸਾਨੂੰ ਵੀ ਸਾਹ ਆਉਂਦਾ, ਉਹ ਗੁਰੂ ਰੂਪ ਹੈ। ਗੁਰੂ ਰੂਪੀ ਪੌਣ ਕੀ ਹੈ? ਜੋ ਗੁਰੂ ਉਪਦੇਸ਼ ਦਿੰਦੇ ਨੇ ਆਤਮਿਕ ਜੀਵਨ ਜਿਉਣ ਵਾਸਤੇ। ਹਵਾ ਬੰਦ ਹੋ ਜਾਏ ਤੇ ਬੰਦਾ ਸਰੀਰਕ ਮੌਤ ਮਰ ਜਾਂਦਾ ਹੈ, ਗੁਰੂ ਦਾ ਉਪਦੇਸ਼ ਨਾ ਮਿਲੇ ਤੇ ਆਤਮਿਕ ਮੌਤ ਮਰ ਜਾਂਦਾ ਹੈ। ਇਸ ਕਰਕੇ ਗੁਰੂ ਬਣ ਕੇ ਇਹ ਹਵਾ ਕੀ ਦੇ ਰਿਹਾ ਹੈ? ਜਿਹੜਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਪਏ, ਇਹ ਕਿਰਪਾ ਕਰਦੇ ਹਨ। ਪੌਣ ਗੁਰੂ ਪਾਣੀ ਪਿਤ ਜਾਤਾ। ਅਤੇ ਇਸ ਤਰ੍ਹਾਂ ਜਿਹੜਾ ਪਾਣੀ ਹੈ, ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ, ਪਾਣੀ ਨਾਲ ਹੀ ਜੀਵਨ ਹੈ। ਪਾਤਸ਼ਾਹ ਕਹਿਣ ਲੱਗੇ, ਪਿਤਾ ਪਾਣੀ ਜਾਤਾ ਹੈ। ਉਸ ਪਾਣੀ ਨੂੰ ਅਸੀਂ ਪਿਤਾ ਜਾਣਿਆ ਹੈ, ਜਿਸ ਕਰਕੇ ਸਾਰੀ ਇਹ ਦੁਨੀਆ ਚੱਲਦੀ ਪਈ ਹੈ, ਸ੍ਰਿਸ਼ਟੀ ਚੱਲਦੀ ਪਈ ਹੈ। ਜਿਵੇਂ ਪਿਤਾ ਆਪਣੇ ਬੱਚੇ ਨੂੰ ਪਾਲਦਾ ਹੈ, ਇਸ ਤਰ੍ਹਾਂ ਪਾਣੀ ਵੀ ਸਾਨੂੰ ਪਾਲਦਾ ਹੈ। ਸੋ ਇਸ ਤਰ੍ਹਾਂ ਦਾ ਉਹ ਪਰਮਾਤਮਾ ਹੈ। ਮਹਾਰਾਜ ਫਰਮਾਉਂਦੇ ਹਨ, ਪੌਣ ਗੁਰੂ ਪਾਣੀ ਪਿਤ ਜਾਤਾ। ਇਸ ਤਰ੍ਹਾਂ ਪੌਣ ਕਹੀਏ ਜਿਹੜੀ ਹਵਾ ਹੈ, ਹਵਾ ਗੁਰੂ ਰੂਪ ਹੋ ਰਹੀ ਹੈ। ਪਵਨ ਗੁਰੂ, ਪਾਣੀ ਪਿਤਾ, ਮਾਤਾ, ਧਰਤ ਮਹੱਤ, ਇਹ ਬਚਨ ਗੁਰੂ ਪਾਤਸ਼ਾਹ ਨੇ ਸ਼ਲੋਕ ਦੇ ਰੂਪ ਵਿੱਚ ਲਿਖਿਆ ਹੈ। ਉਹ ਪਵਨ ਜਿਹੜੀ ਹੈ ਉਹ ਗੁਰੂ ਰੂਪ ਹੈ, ਅਤੇ ਪਿਤਾ ਜੋ ਪਾਣੀ ਰੂਪ ਹੈ। ਤੇ ਪਾਤਸ਼ਾਹ ਫਰਮਾਉਂਦੇ ਹਨ, ਪੌਣ ਗੁਰੂ ਪਾਣੀ ਪਿਤ ਜਾਤਾ, ਉਦਰ ਸੰਜੋਗੀ ਧਰਤੀ ਮਾਤਾ। ਇਹ ਜਿਹੜੀ ਧਰਤੀ ਹੈ, ਜਿਹੜੀ ਸੰਜੋਗਾਂ ਕਰਕੇ ਸਾਨੂੰ ਮਿਲੀ ਹੈ, ਇਹ ਧਰਤੀ ਦਾ ਸੰਜੋਗ ਹੋਣਾ ਹੀ ਇਹ ਜੀਵਾਂ ਵਾਸਤੇ ਇਹ ਧਰਤੀ ਮਾਤਾ ਰੂਪ ਹੈ। ਜਿਵੇਂ ਬੱਚਾ ਮਾਤਾ ਦੇ ਪੇਟ ਵਿੱਚ ਪਲਦਾ ਹੈ, ਇਸ ਤਰ੍ਹਾਂ ਇਹ ਧਰਤੀ ਵੀ ਜੀਵਾਂ ਨੂੰ ਪਾਲਦੀ ਹੈ, ਤਾਂ ਧਰਤੀ ਨੂੰ ਮਾਤਾ ਆਖਿਆ ਹੈ। ਬੱਚੇ ਦੇ ਸਰੀਰ ਦਾ ਆਕਾਰ ਬਣਦਾ, ਦੁਨੀਆ 'ਤੇ ਆਉਂਦਾ, ਪਲਦਾ ਹੈ, ਉਹਦੇ ਅੰਗ ਪ੍ਰਤੰਗ ਬਣ ਜਾਂਦੇ। ਇਸ ਤਰ੍ਹਾਂ ਇਹ ਧਰਤੀ ਵੀ ਜੀਵਾਂ ਨੂੰ ਪਾਲਦੀ ਹੈ, ਜਿਹੜਾ ਹੈ ਅੰਨ ਦੇ ਕੇ, ਕਿਸੇ ਨੂੰ ਘਾਹ ਦੇ ਕੇ, ਕਿਸੇ ਨੂੰ ਮਾਸ ਦੇ ਕੇ। ਜਿਵੇਂ ਜਿਵੇਂ ਦਾ ਕੋਈ ਭੋਜਨ ਖਾਂਦਾ ਹੈ, ਸਾਰਿਆਂ ਨੂੰ ਭੋਜਨ ਧਰਤੀ ਤੋਂ ਮਿਲਦਾ ਹੈ। ਜੇ ਸ਼ੇਰ ਮਾਸ ਦਾ ਸ਼ਿਕਾਰ ਕਰਦਾ ਤੇ ਉਸ ਨੂੰ ਸ਼ਿਕਾਰ ਵੀ ਧਰਤੀ ਤੋਂ ਮਿਲੇਗਾ। ਗਊਆਂ ਜੇ ਘਾਹ ਖਾਂਦੀਆਂ ਤੇ ਘਾਹ ਵੀ ਧਰਤੀ ਤੋਂ ਮਿਲੇਗਾ। ਮਨੁੱਖ ਜੇ ਅਨਾਜ ਖਾਂਦਾ ਹੈ ਤੇ ਅਨਾਜ ਵੀ ਧਰਤੀ ਤੋਂ ਮਿਲੇਗਾ। ਸਾਰਿਆਂ ਨੂੰ ਧਰਤੀ ਕੋਲੋਂ ਹੀ ਸਭ ਕੁਝ ਮਿਲਦਾ ਹੈ। ਜਿਵੇਂ ਮਾਂ ਬੱਚੇ ਨੂੰ ਪਾਲਦੀ ਹੈ ਆਪਣੇ ਪੇਟ ਵਿੱਚ ਰੱਖ ਕੇ, ਤੇ ਬਾਅਦ ਜਨਮ ਦੇਣ ਤੋਂ ਬਾਅਦ ਵਿੱਚ, ਇਸ ਤਰ੍ਹਾਂ ਇਹ ਧਰਤੀ ਵੀ ਜੀਵਾਂ ਨੂੰ ਪਾਲਦੀ ਹੈ, ਸਾਰਿਆਂ ਜੀਵਾਂ ਨੂੰ ਰਿਜ਼ਕ ਦਿੰਦੀ ਪਈ ਹੈ। ਫਿਰ ਮਹਾਰਾਜ ਫਰਮਾਉਂਦੇ ਹਨ, ਉਦਰ ਸੰਜੋਗੀ ਧਰਤੀ ਮਾਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਇਸ ਤਰ੍ਹਾਂ ਪਵਨ ਗੁਰੂ, ਇਹ ਜਿਹੜੀ ਸਾਡੇ ਸਰੀਰ ਦੇ ਅੰਦਰ ਹਵਾ ਚੱਲਦੀ ਪਈ ਹੈ, ਜਿਹਦੇ ਨਾਲ ਸਾਡਾ ਸਰੀਰ ਚੱਲਦਾ ਹੈ, ਇਹ ਗੁਰੂ ਰੂਪ ਪਵਨ ਹੈ। ਅਤੇ ਪਾਣੀ ਪਿਤ ਜਾਤਾ, ਜਿਸ ਪਾਣੀ ਤੋਂ ਅਸੀਂ ਸਾਡਾ ਸਰੀਰ ਬਣਿਆ ਹੈ। ਸੋ ਮਹਾਰਾਜ ਜੀ ਦੀ ਬਾਣੀ ਦਾ ਬਚਨ ਹੈ, ਆਪਾਂ ਗੁਰਬਾਣੀ ਦੇ ਅੰਦਰ ਸਰਵਣ ਕਰਦੇ ਹਾਂ, ਪਾਣੀ ਮੈਲਾ ਮਾਟੀ ਗੋਰੀ, ਤਿਸ ਮਾਟੀ ਕੀ ਪੁੱਤਰੀ ਜੋਰੀ। ਇਹ ਸਾਰੇ ਸਰੀਰ ਪਾਣੀ ਤੋਂ ਬਣੇ, ਬਿੰਦ ਤੋਂ ਬਣੇ। ਇਹ ਬਿੰਦ ਰੂਪ ਵੀ ਉਹ ਪਰਮਾਤਮਾ ਆਪ ਹੀ ਹੈ। ਅਤੇ ਐਸੇ ਤਰ੍ਹਾਂ ਜਨਮ ਲੈਣ ਵਾਲੀ ਜਿਹੜੀ ਕੁੱਖ ਹੈ, ਉਹ ਕੁੱਖ ਰੂਪ ਵੀ ਆਪ ਹੈ। ਅਤੇ ਇਸੇ ਤਰ੍ਹਾਂ ਜਨਮ ਦੇਣ ਵਾਲੀ ਮਾਂ ਵੀ ਉਹ ਪਰਮਾਤਮਾ ਆਪ ਹੀ ਹੈ। ਜਨਮ ਦੇ ਕੇ ਪਾਲਣ ਵਾਲਾ ਵੀ ਉਹ ਆਪ ਹੈ। ਸਾਰਿਆਂ ਥਾਵਾਂ ਤੇ ਆਪ ਹੀ ਸਮਾਰਿਆ ਹੈ। ਰਹਿਣ ਦਿਨਸ ਦੋਇ ਦਾਈ ਦਾਇਆ। ਇਹ ਰਾਤ ਤੇ ਦਿਨ ਇੱਕ ਦਾਈ ਹੈ ਤੇ ਇੱਕ ਦਾਇਆ ਹੈ। ਪਹਿਲੇ ਸਮੇਂ ਦੇ ਵਿੱਚ ਜਿਹੜੇ ਅਮੀਰ ਘਰਾਣੇ ਸਨ, ਉਹਨਾਂ ਵਿੱਚ ਬੱਚਿਆਂ ਨੂੰ ਖਿਡਾਉਣ ਵਾਲੇ ਜਿਹੜੇ ਵਿਅਕਤੀ ਸਨ, ਜਿਹੜੀ ਇਸਤਰੀ ਹੈ, ਉਸ ਨੂੰ ਦਾਈ ਕਿਹਾ ਜਾਂਦਾ ਸੀ। ਅੱਜ ਵੀ ਆਪਾਂ ਇਹ ਸ਼ਬਦ ਆਮ ਹੀ ਸੁਣ ਲੈਂਦੇ, ਦਾਈ। ਜਿੱਦਾਂ ਕਿ ਹੁਣ ਬੱਚੇ ਦਾ ਜਨਮ ਹੋਵੇ ਤੇ ਅਸੀਂ ਹਸਪਤਾਲ ਵਗੈਰਾ ਚਲੇ ਜਾਂਦੇ ਹਾਂ। ਪਹਿਲੇ ਸਮੇਂ ਵਿੱਚ ਇਹ ਦਾਈਆਂ ਜਿਹੜੀਆਂ ਸਨ, ਇਹ ਬੱਚੇ ਨੂੰ ਜਨਮ ਦਿਵਾਉਣ ਦਾ ਕੰਮ ਕਰਦੀਆਂ। ਸੋ ਇਸ ਤਰ੍ਹਾਂ ਦਾ ਇਹਨਾਂ ਨੂੰ ਗਿਆਨ, ਧਿਆਨ, ਸਮਝ ਵਗੈਰਾ ਸੀ। ਸੋ ਉਹਨਾਂ ਨੂੰ ਦਾਈ ਕਿਹਾ ਜਾਂਦਾ ਹੈ, ਜਨਮ ਦਿਵਾਉਣ ਵਾਲੀ ਔਰ ਬੱਚੇ ਨੂੰ ਖਿਡਾਉਣ ਵਾਲੀ, ਬੱਚੇ ਨੂੰ ਪਾਲਣ ਵਾਲੀ। ਉਸ ਦਾਈ ਦਾ ਜਿਹੜਾ ਘਰ ਵਾਲਾ ਹੈ, ਉਸ ਨੂੰ ਦਾਇਆ ਕਿਹਾ ਜਾਂਦਾ, ਜਿਹੜਾ ਬੱਚਿਆਂ ਨੂੰ ਸੈਰ ਵਗੈਰਾ ਕਰਾਉਂਦਾ ਹੈ, ਬੱਚਿਆਂ ਨੂੰ ਇਸ਼ਨਾਨ ਕਰਾਉਣ ਵਿੱਚ ਮਦਦ ਕਰਾਉਂਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ, ਭਾਈ ਇਹ ਜਿਹੜੀ ਰਾਤ ਹੈ ਨਾ, ਇਹ ਤੇ ਦਾਈ ਹੈ, ਤੇ ਦਿਨ ਜਿਹੜਾ ਹੈ ਦਾਇਆ ਹੈ। ਦਿਨ ਸਰਾਤ ਦੋ ਦਾਈ ਦਾਇਆ ਖੇਲੈ ਸਗਲ ਜਗਤ। ਸਾਰੀ ਦੁਨੀਆ ਇਹ ਦਾਈ ਦਾਇਆਂ ਦੇ ਹੱਥ ਵਿੱਚ ਖੇਡਦੀ ਪਈ ਹੈ। ਕਦੇ ਰਾਤ ਚੁੱਕ ਲੈਂਦੀ ਹੈ, ਕਦੇ ਦਿਨ ਚੁੱਕ ਲੈਂਦਾ ਹੈ। ਸਾਰੀ ਦੁਨੀਆ ਨੂੰ ਖੇਡ ਵਿੱਚ ਪਰਮਾਤਮਾ ਨੇ ਲਾਇਆ ਹੈ।
ਇਹ ਰਾਤ ਤੇ ਦਿਨ ਗੁਰਮੁਖੋ ਜਿਹੜੇ ਦਾਈ ਦਾਏ ਦਾ ਕੰਮ ਕਰਦੇ ਪਏ, ਇਹ ਸਾਨੂੰ ਖਿਡਾਉਂਦੇ ਪਏ, ਸਾਡੀ ਪਾਲਣਾ ਕਰਦੇ ਹਨ। ਜਗ ਖੇਲਾ ਖਿਲਾਈ ਇਹ ਹੈ। ਜਿਹੜਾ ਜਗ ਸੰਸਾਰ ਹੈ ਪਰਮਾਤਮਾ ਤੇਰਾ ਹੀ ਖੇਲ ਹੈ, ਤੂੰ ਕਿਰਪਾ ਕੀਤੀ ਤੇ ਸਾਰਾ ਸੰਸਾਰ ਤੇਰੇ ਹੁਕਮ ਦੇ ਵਿੱਚ ਖੇਡਦਾ ਪਿਆ ਹੈ। ਜਿਵੇਂ ਦਾਈਆਂ ਦਾਏ ਪਹਿਲੇ ਸਮੇਂ ਵਿੱਚ ਬੱਚਿਆਂ ਨੂੰ ਖਿਡਾਇਆ ਕਰਦੇ, ਪਾਲਿਆ ਕਰਦੇ, ਇਸ ਤਰ੍ਹਾਂ ਇਹ ਦਿਨ ਤੇ ਰਾਤ ਵੀ ਤੇਰੀ ਦਾਈ ਤੇ ਦਾਇਆ ਹੀ ਹੈ, ਜੋ ਸਾਰੇ ਸੰਸਾਰ ਨੂੰ ਕਿਤੇ ਜਨਮ ਦਿਵਾ ਰਿਹਾ, ਕਿਤੇ ਜੀਵਾਂ ਨੂੰ ਪਾਲਦਾ ਪਿਆ, ਕਿਤੇ ਖਿਡਾਉਂਦਾ ਪਿਆ। ਇਹ ਸਾਰੀ ਤੇਰੀ ਕੁਦਰਤ ਹੈ। ਆਪੇ ਮਛਲੀ ਆਪੇ ਜਾਲਾ। ਉਹ ਪਰਮਾਤਮਾ ਮੱਛੀ ਰੂਪ ਆਪ ਹੈ, ਤੇ ਮੱਛੀ ਨੂੰ ਫੜਨ ਵਾਲਾ ਜਿਹੜਾ ਜਾਲ ਹੈ ਜਿਹਦੇ ਵਿੱਚ ਮੱਛੀ ਫਸ ਜਾਂਦੀ, ਉਹ ਜਾਲ ਰੂਪ ਵੀ ਆਪ ਹੀ ਹੈ। ਮੱਛੀ ਵੀ ਆਪ ਹੋ ਰਿਹਾ, ਜਾਲ ਵੀ ਆਪ ਹੀ ਹੈ। ਫਿਰ ਫਰਮਾਉਂਦੇ ਹਨ ਆਪੇ ਮਛਲੀ ਆਪੇ ਜਾਲਾ। ਉਹ ਪਰਮਾਤਮਾ ਜਿਹੜਾ ਹੈ ਜੀਵ ਰੂਪੀ ਮੱਛੀ ਹੈ। ਆਪਾਂ ਜਿੰਨੇ ਜੀਵ ਆ ਨਾ, ਆਪਾਂ ਵੀ ਮੱਛੀਆਂ ਹੀ ਆ। ਤੇ ਫੜੇ ਕਿਵੇਂ ਜਾਂਦੇ ਹਾਂ? ਆਪੇ ਜਾਲਾ। ਅਸੀਂ ਮੋਹ ਦੇ ਜਾਲ ਵਿੱਚ ਫੜੇ ਗਏ ਹਾਂ। ਜਿਵੇਂ ਮੱਛੀ ਜਾਲ ਵਿੱਚ ਫੜ ਜਾਂਦੀ ਹੈ, ਇਸ ਤਰ੍ਹਾਂ ਅਸੀਂ ਵੀ ਜੀਵ ਮੱਛੀਆਂ ਹੀ ਆ, ਅਤੇ ਸਾਨੂੰ ਮੋਹ ਦੇ ਜਾਲ ਵਿੱਚ ਉਹਨੇ ਫੜ ਛੱਡਿਆ। ਕਿਸੇ ਨੂੰ ਘਰਵਾਲੀ ਦਾ ਮੋਹ ਹੈ, ਕਿਸੇ ਨੂੰ ਪਤੀ ਦਾ ਮੋਹ ਹੈ, ਕਿਸੇ ਨੂੰ ਬੱਚੇ ਦਾ ਮੋਹ ਹੈ, ਕਿਸੇ ਨੂੰ ਭੈਣ ਭਰਾ ਦਾ ਮੋਹ ਹੈ। ਇਹ ਮੋਹ ਰੂਪੀ ਜਾਲ ਉਹਨੇ ਸਾਨੂੰ ਪਾ ਕੇ ਸਭ ਨੂੰ ਫੜਿਆ ਹੋਇਆ। ਮਹਾਰਾਜ ਫਰਮਾਉਂਦੇ ਹਨ ਆਪੇ ਗਊ ਆਪੇ ਰਖਵਾਲਾ। ਇਹ ਜਿਹੜੀਆਂ ਗਊਆਂ ਤੁਰੀਆਂ ਫਿਰਦੀਆਂ, ਇਹ ਗਊਆਂ ਰੂਪ ਵੀ ਉਹ ਆਪ ਹੈ। ਆਪ ਹੀ ਇਹਨਾਂ ਗਊਆਂ ਦੀ ਰੱਖਿਆ ਕਰਨ ਵਾਲਾ, ਰਖਵਾਲਾ ਵੀ ਆਪ ਹੋ ਰਿਹਾ ਹੈ। ਫਿਰ ਫਰਮਾਉਂਦੇ ਹਨ ਆਪੇ ਗਊ ਆਪੇ ਰਖਵਾਲਾ। ਉਹਨਾਂ ਗਊਆਂ ਦੀ ਰੱਖਿਆ ਕਰਨ ਵਾਲਾ ਕ੍ਰਿਸ਼ਨ ਰੂਪ ਵੀ ਉਹ ਆਪ ਹੈ, ਤੇ ਉਹ ਜਿਹੜੀਆਂ ਗਊਆਂ ਚਰਦੀਆਂ ਪਈਆਂ, ਉਹ ਵੀ ਉਹ ਪਰਮਾਤਮਾ ਆਪ ਹੀ ਹੈ। ਫਿਰ ਫਰਮਾਉਂਦੇ ਹਨ ਆਪੇ ਗਊ ਆਪੇ ਰਖਵਾਲਾ। ਆਪੇ ਮਛਲੀ ਆਪੇ ਜਾਲਾ। ਉਹ ਜੋ ਪਰਮਾਤਮਾ ਹੈ, ਕਹਿਣ ਲੱਗੇ ਉਹ ਐਸਾ ਹੈ ਕਿ ਉਹ ਪਰਮਾਤਮਾ ਜਾਲ ਕਹੀਏ ਜਮਾਂ ਦਾ ਰੂਪ ਹੋ ਰਿਹਾ। ਜਿਵੇਂ ਜਮਾਂ ਕੋਲੋਂ ਬਚਿਆ ਨਹੀਂ ਨਾ ਜਾ ਸਕਦਾ, ਇਸ ਤਰ੍ਹਾਂ ਜਮਾਂ ਰੂਪੀ ਜਾਲ ਵੀ ਉਹਨੇ ਸਾਡੇ ਤੇ ਪਾਇਆ ਹੋਇਆ। ਜਿੰਨਾ ਮਰਜ਼ੀ ਅਸੀਂ ਭੱਜ ਲਈਏ, ਦੇਸ਼ ਵਿਦੇਸ਼ ਚਲੇ ਜਾਈਏ, ਜਮਾਂ ਦੇ ਜਾਲ ਤੋਂ ਬਚਿਆ ਨਹੀਂ ਜਾਂਦਾ। ਜਮ ਜਾਲ ਪਾ ਹੀ ਲੈਂਦਾ, ਆ ਕੇ ਫੜ ਹੀ ਲੈਂਦਾ ਹੈ। ਉਹ ਜਮਾਂ ਦਾ ਜਾਲ ਰੂਪ ਆਪੇ ਹੀ ਹੋ ਰਿਹਾ ਹੈ। ਆਪੇ ਗਊ ਆਪੇ ਰਖਵਾਲਾ। ਇਹ ਜਿਹੜੇ ਧਾਰਮਿਕ ਗ੍ਰੰਥ ਨੇ, ਜਿਵੇਂ 52 ਉਪਨਿਸ਼ਦ ਨਾਮ ਦੇ ਗ੍ਰੰਥ ਨੇ ਸਨਾਤਨ ਮਤ ਵਿੱਚ, ਕਹਿਣ ਲੱਗੇ ਉਹ ਜਿਹੜੀਆਂ ਉਪਨਿਸ਼ਦ ਨਾਮ ਦੇ ਗ੍ਰੰਥ ਨੇ, ਇਹ ਗਊਆਂ ਵੀ ਆਪ ਹੀ ਉਹ ਪ੍ਰਮਾਤਮਾ ਹੋ ਰਿਹਾ ਹੈ। ਅਤੇ ਫਿਰ ਰਖਵਾਲਾ ਉਹ ਬ੍ਰਹਮ ਰੂਪ ਵੀ, ਬ੍ਰਹਮ ਬਣ ਕੇ ਪਰਮੇਸ਼ਰ ਆਪ ਹੀ ਇਹਨਾਂ ਸਾਰੇ ਗ੍ਰੰਥਾਂ ਦੀ ਰੱਖਿਆ ਕਰਨ ਵਾਲਾ ਹੈ। ਫਿਰ ਫਰਮਾਉਂਦੇ ਹਨ ਆਪੇ ਮਛਲੀ ਆਪੇ ਜਾਲਾ। ਆਪੇ ਗਊ ਆਪੇ ਰਖਵਾਲਾ। ਉਹ ਪਰਮਾਤਮਾ ਆਪੇ ਗਊ ਕਹੀਏ ਸਾਡੀਆਂ ਇੰਦਰੀਆਂ, ਸਾਡੀਆਂ ਅੱਖਾਂ, ਸਾਡੇ ਕੰਨ, ਨੱਕ, ਇਹ ਜਿੰਨੇ ਸਾਡੇ ਸਰੀਰ ਦੇ ਅੰਦਰ ਪੁਰਜੇ ਕੰਮ ਕਰਦੇ ਪਏ, ਇਹ ਸਾਰਾ ਕੁਝ ਉਹ ਆਪ ਹੀ ਹੈ। ਅਤੇ ਇਸੇ ਤਰ੍ਹਾਂ ਰਖਵਾਲਾ ਉਹ ਆਪ ਹੀ ਇਹਨਾਂ ਦੀ ਫਿਰ ਰੱਖਿਆ ਵੀ ਕਰਦਾ ਹੈ। ਅੱਖਾਂ ਵਿੱਚ ਕੋਈ ਕਣ ਮਿੱਟੀ ਪਵੇ ਤੇ ਪਲਕਾਂ ਆਪੇ ਹੀ ਬੰਦ ਹੋ ਜਾਂਦੀਆਂ। ਇਸ ਤਰ੍ਹਾਂ ਉਹ ਸਰੀਰ ਦੀਆਂ ਇੰਦਰੀਆਂ ਨੂੰ ਬਚਾਉਣ ਕਰਕੇ ਰੱਖਿਆ ਵੀ ਆਪ ਕਰਦਾ। ਆਪੇ ਮਛਲੀ ਆਪੇ ਜਾਲਾ। ਸੋ ਉਹ ਪਰਮਾਤਮਾ ਆਪ ਹੀ ਜਿਹੜਾ ਹੈ, ਜਾਲਾ ਕਹੀਏ ਉਹ ਜਾਲ ਰੂਪ ਹੈ। ਜਾਲਾ ਪਾਠ ਕਰਨਾ ਹੈ, ਜਾਲਾ ਨਹੀਂ ਹੈ। ਤੇ ਮਹਾਰਾਜ ਕਹਿਣ ਲੱਗੇ ਭਾਈ ਆਪ ਹੀ ਉਹ ਸਾਡੇ ਸਰੀਰ ਦੇ ਅੰਗਾਂ ਪ੍ਰਤੰਗਾਂ ਦੀ ਰੱਖਿਆ ਵੀ ਕਰਦਾ ਹੈ। ਆਪੇ ਗਊ ਆਪੇ ਰਖਵਾਲਾ। ਸਾਰਿਆਂ ਦੀ ਰੱਖਿਆ ਆਪੇ ਕਰਨ ਵਾਲਾ ਹੈ। ਸਰਬ ਜੀਆਂ ਜਗ ਜੋਤ ਤੁਮਾਰੀ। ਇਹ ਜਿੰਨੇ ਵੀ ਜੀਵ ਨੇ ਪ੍ਰਮਾਤਮਾ ਸਾਰਿਆਂ ਵਿੱਚ ਤੇਰੀ ਜੋਤ ਹੈ। ਸਭ ਜੋਤ ਤੇਰੀ ਜਗ ਜੀਵਨਾ। ਤੂੰ ਘਾਟ ਘਾਟ ਹਰ ਰੰਗ ਰੰਗਣਾ। ਕੋਈ ਇਹੋ ਜਿਹੀ ਜਗ੍ਹਾ ਨਹੀਂ ਹੈ ਵੀ ਜਿੱਥੇ ਤੇਰੀ ਜੋਤ ਨਹੀਂ ਕੰਮ ਕਰਦੀ ਹੈ। ਜੈਸੀ ਪ੍ਰਭ ਫੁਰਮਾਈ ਅਤੇ ਹੈ। ਜਿਵੇਂ ਦੀ ਆਪ ਆਗਿਆ ਕਰਦੇ ਹੋ, ਜੀਵ ਕੰਮ ਵੀ ਤਾਂ ਹੀ ਕਰਦੇ। ਪਰਮਾਤਮਾ ਜਿਵੇਂ ਆਪ ਫਰਮਾਉਂਦੇ ਹੋ ਨਾ, ਹੁਕਮ ਕਰਦੇ, ਉਸੇ ਤਰ੍ਹਾਂ ਇਹ ਸਾਰੇ ਜੀਵ ਕੰਮ ਕਰਦੇ ਹਨ। ਆਪੇ ਜੋਗੀ ਆਪੇ ਭੋਗੀ। ਉਹ ਪਰਮਾਤਮਾ ਜੋਗੀ ਮਹਾਤਮਾ ਰੂਪ ਵੀ ਆਪ ਹੈ। ਮਹਾਤਮਾ ਮਹਾਂਪੁਰਖ, ਉਪਦੇਸ਼ ਦੇਣ ਵਾਲੇ, ਸੰਗਤ ਸਾਨੂੰ ਕਰਾਉਣ ਵਾਲੇ, ਰੱਬ ਦੇ ਨਾਮ ਨੂੰ ਜਪਾਉਣ ਵਾਲੇ, ਉਹ ਮਹਾਤਮਾ ਜਿਹੜੇ ਗੁਰਮੁਖ ਨੇ, ਉਹ ਵੀ ਪਰਮਾਤਮਾ ਦਾ ਰੂਪ ਹਨ। ਤੇ ਭੋਗੀ ਕਹੀਏ ਗ੍ਰਸਤੀ ਪਰਿਵਾਰ ਵਾਲੇ, ਸਾਡੇ ਵਰਗੇ ਜਿਹੜੇ ਉਹਨਾਂ ਮਹਾਤਮਾ ਨੂੰ, ਘਰ ਆਇਆਂ ਨੂੰ ਪ੍ਰਸ਼ਾਦਾ ਛਕਾਉਂਦੇ, ਉਹ ਗ੍ਰਸਤੀ ਵੀ ਉਹ ਆਪ ਹੀ ਹੋ ਰਿਹਾ ਹੈ ਪਰਮਾਤਮਾ। ਸਾਧੂ ਵੀ ਆਪ ਹੀ ਹੈ, ਤੇ ਉਹ ਸਾਧੂ ਨੂੰ ਪ੍ਰਸ਼ਾਦਾ ਛਕਾਉਣ ਵਾਲਾ ਗ੍ਰਸਤੀ, ਉਹ ਵੀ ਪਰਮਾਤਮਾ ਆਪ ਹੈ। ਫਿਰ ਫਰਮਾਉਂਦੇ ਹਨ ਆਪੇ ਜੋਗੀ ਆਪੇ ਭੋਗੀ। ਜੋਗੀ ਕਹੀਏ ਜਿਹੜਾ ਸਭ ਤੋਂ ਵੱਡਾ ਜੋਗੀ ਸ਼ਿਵ ਜੀ ਹੈ। ਜੋਗੀ ਕਿੱਥੋਂ ਚੱਲੇ ਨੇ? ਜੋਗੀਆਂ ਦਾ ਗੁਰੂ ਸ਼ਿਵ ਜੀ ਮੰਨਿਆ ਹੈ।
ਕਿਉਂਕਿ ਮਛੰਦਰਨਾਥ ਜਿਹੜਾ ਜੋਗੀਆਂ ਦਾ ਗੁਰੂ ਹੈ ਅਤੇ ਮਛੰਦਰਨਾਥ ਸ਼ਿਵ ਜੀ ਦਾ ਚੇਲਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆਪੇ ਜੋਗੀ, ਉਹ ਸ਼ਿਵ ਜੀ ਰੂਪ ਵੀ ਆਪ ਹੀ ਹੈ, ਸ਼ਿਵ ਜੀ ਵਿੱਚ ਵੀ ਆਪ ਰੱਬ ਬੈਠਾ ਹੈ। ਆਪੇ ਭੋਗੀ, ਭੋਗ ਲਾਉਣ ਵਾਲਾ, ਆਨੰਦ ਲੈਣ ਵਾਲਾ, ਸਵਾਦ ਲੈਣ ਵਾਲਾ ਕੌਣ ਹੈ? ਕਹਿੰਦੇ ਉਹ ਕ੍ਰਿਸ਼ਨ ਹੈ, ਭਗਵਾਨ ਕ੍ਰਿਸ਼ਨ। ਉਹ ਕ੍ਰਿਸ਼ਨ ਰੂਪ ਹੋ ਕੇ ਆਪ ਹੀ ਭੋਗਾਂ ਨੂੰ ਭੋਗਦਾ ਵੀ ਪਿਆ ਹੈ, ਉਹਦੇ ਵਿੱਚ ਸਮਾਇਆ ਹੋਇਆ ਹੈ। ਮਹਾਰਾਜ ਫਰਮਾਉਂਦੇ ਹਨ, ਆਪੇ ਰਸਿਆ ਪਰਮ ਸੰਜੋਗੀ। ਉਹ ਆਪ ਹੀ ਰਸੀਆ, ਰਸ ਲੈਣ ਵਾਲਾ ਹੈ। ਅੰਬ ਕਿੰਨਾ ਸਵਾਦ ਹੈ, ਉਹ ਪਰਮਾਤਮਾ ਅੰਬ ਦਾ ਰੂਪ ਵੀ ਹੈ। ਅੰਬ ਦੇ ਵਿੱਚ ਸਵਾਦ ਭਰਨ ਵਾਲਾ ਵੀ ਆਪ ਹੈ। ਸਾਡੀ ਜ਼ੁਬਾਨ 'ਤੇ ਬੈਠ ਕੇ ਉਹ ਸਵਾਦ ਨੂੰ ਲੈਣ ਵਾਲਾ ਵੀ ਆਪ ਹੀ ਹੈ। ਆਪ ਹੀ ਇਹਨਾਂ ਰਸਾਂ ਦੇ ਸਵਾਦ ਨੂੰ ਲੈਂਦਾ ਹੈ। ਫਿਰ ਫਰਮਾਉਂਦੇ ਹਨ, ਆਪੇ ਰਸਿਆ ਪਰਮ ਸੰਜੋਗੀ। ਰਸੀਆ ਨਾਮ ਗੁਰਮੁਖੋ ਪ੍ਰੇਮੀ ਦਾ ਹੈ। ਉਹ ਪਰਮਾਤਮਾ ਆਪ ਹੀ ਪ੍ਰੇਮ ਰੂਪ ਹੋ ਰਿਹਾ ਹੈ। ਬਚਨ ਆਪਾਂ ਪੜ੍ਹਦੇ ਹਾਂ, ਮਹਾਰਾਜ ਕਹਿਣ ਲੱਗੇ, ਭਾਈ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਅਨੁਰਾਗ ਨਾਮ ਪ੍ਰੇਮ ਦਾ ਹੀ ਹੈ। ਜਿੱਧਰ ਕਿੱਧਰ ਸਾਰਿਆਂ ਥਾਵਾਂ 'ਤੇ ਉਹ ਪ੍ਰੇਮ ਰੂਪ ਹੋ ਕੇ ਵਸਿਆ ਹੋਇਆ ਹੈ ਅਤੇ ਪਰਮ ਸੰਜੋਗੀ ਬ੍ਰਹਮ ਸਰੂਪ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਉਸ ਪਰਮਾਤਮਾ ਦੀ ਪ੍ਰਾਪਤੀ ਪਰਮ ਸੰਜੋਗੀ ਵੱਡਿਆਂ ਭਾਗਾਂ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਆਪੇ ਵੇ ਬਾਣੀ ਨਿਰੰਕਾਰੀ। ਉਹ ਪਰਮਾਤਮਾ ਆਪ ਹੀ ਵੇਬਾਣੀ ਹੈ। ਵੇਬਾਣੀ ਤੋਂ ਭਾਵ ਹੁੰਦਾ ਖੋਟੀ ਬਾਣੀ ਤੋਂ ਰਹਿਤ ਹੈ। ਪਰਮਾਤਮਾ ਕਦੇ ਕਿਸੇ ਨੂੰ ਮਾੜਾ ਬਚਨ ਨਹੀਂ ਬੋਲਦਾ ਹੈ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਗੁਰਬਾਣੀ ਦਾ ਬਚਨ ਹੈ। ਅਸੀਂ ਇੱਕ ਦੂਜੇ ਨੂੰ ਗਾਲ ਮੰਦਾ ਦੇ ਲੈਂਦੇ ਹਾਂ, ਮਾੜਾ ਚੰਗਾ ਉੱਚਾ ਨੀਵਾਂ ਬਚਨ ਗੁੱਸੇ ਵਿੱਚ ਕਰ ਲਈਦਾ ਹੈ। ਪਰਮਾਤਮਾ ਕਦੇ ਕੌੜਾ ਬਚਨ, ਮਾੜਾ ਬਚਨ, ਗਾਲ ਮੰਦੇ ਵਾਲਾ ਬਚਨ ਨਹੀਂ ਬੋਲਦਾ ਹੈ। ਸੋ ਮਹਾਰਾਜ ਦੀ ਬਾਣੀ ਦਾ ਆਪਾਂ ਇਹ ਬਚਨ ਪੜ੍ਹਿਆ ਹੈ ਨਾ। ਸਤਿਗੁਰੂ ਕਹਿਣ ਲੱਗੇ, ਭਾਈ ਉਹ ਪਰਮਾਤਮਾ ਸਦਾ ਮਿੱਠਾ ਹੀ ਬਚਨ ਬੋਲਦਾ ਹੈ, ਕੌੜਾ ਬੋਲ ਨਾ ਜਾਣੈ। ਕੌੜਾ ਬਚਨ ਤੇ ਕਰਦਾ ਹੀ ਨਹੀਂ ਕਿਸੇ ਨਾਲ। ਤਾਂ ਹੀ ਗੁਰੂ ਪਾਤਸ਼ਾਹ ਨੇ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਆਖਿਆ, ਮੇਰਾ ਸਿੱਖ ਕਿਸੇ ਨੂੰ ਗਾਲ ਨਾ ਦੇਵੇ, ਮਾੜਾ ਬਚਨ ਨਾ ਕਿਸੇ ਦੇ ਨਾਲ ਬੋਲੇ, ਮਿੱਠਾ ਹੀ ਬਚਨ ਬੋਲੇ। ਆਪੇ ਵੇ ਬਾਣੀ, ਉਹ ਖੋਟੀ ਬਾਣੀ ਤੋਂ ਰਹਿਤ ਹੈ ਪਰਮਾਤਮਾ। ਇਸੇ ਤਰ੍ਹਾਂ ਫਿਰ ਫਰਮਾਉਂਦੇ ਹਨ, ਆਪੇ ਵੇ ਬਾਣੀ ਨਿਰੰਕਾਰੀ। ਗੁਰਮੁਖੋ ਵੇ ਬਾਣੀ ਤੋਂ ਭਾਵ ਇਹ ਹੈ ਵੀ ਸੰਸਾਰ ਉਜਾੜ ਵਿੱਚ ਹੈ ਨਿਰੰਕਾਰ ਤੂੰ ਆਪ ਹੀ ਬੈਠਾ ਹੋਇਆ। ਵੇ ਬਾਣੀ, ਇਹ ਜਿਹੜਾ ਸੰਸਾਰ ਹੈ ਨਾ ਉਜਾੜ, ਇਹਦੇ ਵਿੱਚ ਵੀ ਉਹ ਪਰਮਾਤਮਾ ਆਪ ਬੈਠਾ ਹੋਇਆ ਹੈ। ਨਿਰਭਉ ਤਾੜੀ ਲਾਈ ਹੈ। ਤਾੜੀ ਨਾਮ ਸਮਾਧੀ ਦਾ ਹੈ। ਸਮਾਧੀ ਲਾਉਣ ਵਾਲਾ ਵੀ ਉਹ ਪਰਮਾਤਮਾ ਆਪ ਹੈ। ਖਾਣੀ ਬਾਣੀ ਤੁਝੇ ਸਮਾਣੀ। ਗੁਰਮੁਖੋ ਚਾਰ ਖਾਣੀਆਂ ਨੇ ਜਿੱਥੋਂ ਦੁਨੀਆ ਬਣੀ ਹੈ। ਖਾਣ ਨਾਮ ਹੈ ਜਿੱਥੋਂ ਦੁਨੀਆ ਬਣਦੀ ਹੈ। ਚਾਰ ਖਾਣੀਆਂ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ। ਅੰਡਿਆਂ ਤੋਂ ਪੈਦਾ ਹੋਣ ਵਾਲੇ, ਜੇਰ ਤੋਂ ਪੈਦਾ ਹੋਣ ਵਾਲੇ, ਇਸੇ ਤਰ੍ਹਾਂ ਆਪਾਂ ਕਹਿ ਲਈਏ ਪਸੀਨੇ ਤੋਂ ਪੈਦਾ ਹੋਣ ਵਾਲੇ ਅਤੇ ਧਰਤੀ ਤੋਂ ਪੈਦਾ ਹੋਣ ਵਾਲੇ। ਇਹਨਾਂ ਚਾਰੇ ਖਾਣੀਆਂ ਵਿੱਚ ਤੂੰ ਵਸਿਆ ਹੋਇਆ ਹੈ। ਖਾਣੀ ਅਤੇ ਬਾਣੀ, ਚਾਰ ਬਾਣੀਆਂ ਨੇ ਜਿਸ ਨੂੰ ਕਿਹਾ ਜਾਂਦਾ ਹੈ। ਇਹ ਬੈਖਰੀ ਬਾਣੀ ਹੈ, ਇਹ ਮਧਮਾ ਬਾਣੀ ਹੈ, ਇਹ ਪਸੰਤੀ ਬਾਣੀ ਹੈ। ਇਹ ਜਿਹੜੀਆਂ ਬਾਣੀਆਂ ਨੇ, ਇਹਨਾਂ ਬਾਣੀਆਂ ਵਿੱਚ ਵੀ ਉਹ ਸਮਾਇਆ ਹੋਇਆ ਹੈ। ਇੱਕ ਬਾਣੀ ਜ਼ੁਬਾਨ 'ਤੇ ਚੱਲਦੀ ਹੈ ਜਦੋਂ ਅਸੀਂ ਬੋਲਦੇ ਹਾਂ, ਇੱਕ ਬਾਣੀ ਸਾਡੇ ਗਲੇ ਵਿੱਚ ਚੱਲਦੀ ਹੈ, ਇੱਕ ਬਾਣੀ ਸਾਡੇ ਹਿਰਦੇ ਵਿੱਚ ਚੱਲਦੀ ਹੈ, ਇੱਕ ਬਾਣੀ ਜਾ ਕੇ ਧੁਨੀ ਵਿੱਚ ਚੱਲਦੀ ਹੈ। ਇਹਨਾਂ ਬਾਣੀਆਂ ਦੀ ਰਫ਼ਤਾਰ ਇੱਕ ਦੂਜੇ ਤੋਂ 100 ਗੁਣਾ ਵੱਧ ਜਾ ਕੇ ਬਣਦੀ ਹੈ। ਜਿਹਦਾ ਜਾਪ ਧੁਨੀ ਵਿੱਚ ਚਲੇ ਜਾਂਦਾ ਹੈ ਨਾ, ਉਹ ਫਿਰ ਇੱਕ ਵਾਰੀ ਵਾਹਿਗੁਰੂ ਕਹਿੰਦਾ ਹੈ ਅਤੇ ਸਾਰੇ ਸਰੀਰ ਦੇ ਰੋਮਾਂ ਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। ਜਿਵੇਂ ਬਾਣੀ ਦਾ ਬਚਨ, ਜੋ ਕਲ ਕੋ ਇੱਕ ਵਾਰ ਧਿਆਇ ਹੈ। ਬਾਣੀ ਦਾ ਬਚਨ ਹੈ ਨਾ, ਇੱਕ ਵਾਰ ਧਿਆਉਣ ਤੋਂ ਉਹ ਅਵਸਥਾ ਦੇ ਵਿੱਚ ਜਾ ਕੇ ਜਦੋਂ ਤੇਰੀ ਧੁਨੀ ਵਿੱਚੋਂ ਨਿਕਲੇਗੀ ਨਾ ਉਹ ਅਵਸਥਾ, ਬਾਣੀ ਪੜ੍ਹ ਕੇ ਸਿਮਰਨ ਕਰਕੇ ਉਸ ਅਵਸਥਾ ਦਾ ਮਾਲਕ ਬਣੇਗਾ ਨਾ, ਉਦੋਂ ਤੂੰ ਇੱਕ ਵਾਰੀ ਆਖੇਂਗਾ ਵਾਹਿਗੁਰੂ, ਤੇਰੇ ਸਾਰੇ ਸਰੀਰ ਵਿੱਚੋਂ ਰੋਮ ਰੋਮ ਵਿੱਚੋਂ ਆਵੇਗਾ ਵਾਹਿਗੁਰੂ। ਬਸ ਉਦੋਂ ਜਾ ਕੇ ਜੀ ਇੱਕ ਵਾਰੀ ਕਹਿ ਲਿਆ ਤੇ ਮੁਕਤ ਹੋ ਜਾਏਗਾ। ਸੋ ਇਹ ਚਾਰ ਬਾਣੀਆਂ ਨੇ ਜਿਸ ਨੂੰ ਉੱਤਮ, ਇਸੇ ਤਰ੍ਹਾਂ ਬੈਖਰੀ, ਮਧਮਾ ਅਤੇ ਪਸੰਤੀ, ਇਹ ਚਾਰ ਬਾਣੀਆਂ ਨੇ। ਇਹਨਾਂ ਚਾਰੇ ਬਾਣੀਆਂ ਵਿੱਚ ਵੀ ਤੂੰ ਸਮਾਇਆ ਹੋਇਆ। ਜ਼ੁਬਾਨ 'ਤੇ ਚੱਲਣ ਵਾਲੀ, ਗਲੇ 'ਚ ਚੱਲਣ ਵਾਲੀ, ਹਿਰਦੇ 'ਚ ਚੱਲਣ ਵਾਲੀ, ਧੁਨੀ ਵਿੱਚ ਚੱਲਣ ਵਾਲੀ, ਇਹ ਬਾਣੀ ਵਿੱਚ ਤੂੰ ਸਮਾਇਆ ਹੋਇਆ। ਕਈ ਵਾਰੀ ਆਪਾਂ ਬਚਨ ਸਰਵਣ ਕਰਦੇ ਨਾ, ਫਲਾਣੇ ਮਹਾਤਮਾ 101 ਪਾਠ ਜਪਜੀ ਸਾਹਿਬ ਦਾ ਕਰਦੇ ਜਾਂ 101 ਪਾਠ ਸੁਖਮਨੀ ਸਾਹਿਬ ਦਾ ਰੋਜ਼ਾਨਾ ਕਰਦੇ। ਅਸੀਂ ਮੋਬਾਈਲ ਕੱਢ ਕੇ ਉਸ ਵੇਲੇ ਕੈਲਕੂਲੇਟਰ ਕੱਢ ਕੇ ਗਿਣਤੀ ਮਾਰਦੇ ਹਾਂ, ਜੇ 5 ਮਿੰਟਾਂ 'ਚ ਪਾਠ ਕਰੇਗਾ ਅਤੇ 100 ਪਾਠ ਇੰਨੇ ਮਿੰਟਾਂ 'ਚ ਹੋਣਗੇ। ਫਿਰ ਉਹ ਸੌਂਦਾ ਕਦੋਂ ਹੋਵੇਗਾ, ਉਹ ਨਹਾਉਂਦਾ ਕਦੋਂ ਹੋਵੇਗਾ,
ਨਹੀਂ ਇਹ ਹੋ ਹੀ ਨਹੀਂ ਸਕਦਾ ਹੈ, ਇਹ ਵੱਡਾ ਭਾਰੀ ਗਪੌੜ ਹੈ। ਸਾਡੇ ਮਨ ਵਿੱਚ ਐਸਾ ਸ਼ੰਕਾ ਆ ਜਾਂਦਾ ਹੈ। ਗੁਰਮੁਖੋ, ਉਹਨਾਂ ਦੀ ਬਾਣੀ ਜਿਹੜੀ ਹੈ ਨਾ, ਉਹ ਬਾਣੀ ਐਸੀ ਅਵਸਥਾ ਦੇ ਮਾਲਕ ਬਣ ਜਾਂਦੇ ਨੇ, ਉਹਨਾਂ ਦੀ ਬਾਣੀ ਗਲੇ ਤੋਂ, ਜ਼ੁਬਾਨ ਦੀ ਜਿਹੜੀ ਬਾਣੀ ਹੈ ਉਹ ਤੋਂ 100 ਗੁਣਾ ਵੱਧ ਸਪੀਡ ਗਲੇ ਦੀ ਬਾਣੀ ਦੀ ਹੈ। ਹਿਰਦੇ ਦੀ ਬਾਣੀ ਦੀ ਤੇ ਗਿਣਤੀ ਮਿਣਤੀ ਮਾਪੀ ਨਹੀਂ ਜਾ ਸਕਦੀ ਹੈ। ਤੇ ਧੁਨੀ ਦੇ ਵਿੱਚੋਂ ਤੇ ਜੇ ਇੱਕ ਵਾਰੀ ਕਹਿਤਾ ਤੇ ਉਹ ਕਈ ਵਾਰੀ ਨਿਕਲ ਗਿਆ, ਕਈ ਵਾਰੀ ਬਾਣੀ ਪੜ੍ਹਨ ਦਾ ਉਹਨਾਂ ਨੂੰ ਉਹ ਫਲ ਮਿਲ ਗਿਆ। ਸਾਡੇ ਵਾਸਤੇ ਉਹ ਵੱਡੀਆਂ ਗੱਲਾਂ ਨੇ, ਕਿਉਂਕਿ ਸਾਡੀ ਉੱਥੋਂ ਤੱਕ ਪਹੁੰਚ ਨਹੀਂ ਹੈ। ਅਸੀਂ ਦੁਨਿਆਵੀ ਲੋਕ, ਸਾਡੀ ਸੋਚ ਵੀ ਦੁਨਿਆਵੀ ਹੈ। ਅਸੀਂ ਸੋਚਦੇ ਵੀ ਮੈਨੂੰ 10 ਮਿੰਟ ਲੱਗਦੇ ਨੇ ਤੇ ਉਹਨਾਂ ਨੂੰ ਵੀ 10 ਹੀ ਲੱਗਦੇ ਹੋਣਗੇ, ਤੇ ਫਿਰ ਇੰਨੇ ਪਾਠ ਕਿਵੇਂ ਹੋ ਸਕਦੇ। ਪਰ ਸਾਨੂੰ ਇਹ ਨਹੀਂ ਪਤਾ ਹੈ ਕਿ ਪੈਦਲ ਚੱਲਣ ਵਾਲਾ ਤੇ ਹਵਾਈ ਜਹਾਜ਼ 'ਤੇ ਚੱਲਣ ਵਾਲੇ ਦਾ ਫਰਕ ਹੈ। ਪੈਦਲ ਚੱਲਣ ਵਾਲਾ ਸਾਰੇ ਦਿਨ ਵਿੱਚ ਤੁਰ ਕੇ ਉਹਨਾਂ ਸਫ਼ਰ ਨਹੀਂ ਕਰੇਗਾ। ਜਹਾਜ਼ ਨੇ ਜਿੰਨਾ ਅੱਧੇ ਘੰਟੇ ਵਿੱਚ ਹੀ ਆਪਣਾ ਮੁਕੰਮਲ ਸਫ਼ਰ ਕਰ ਲੈਣਾ ਹੈ। ਇਸ ਤਰ੍ਹਾਂ ਸਿਮਰਨ ਕਰਨ ਵਾਲਿਆਂ ਦਾ, ਨਾਮ ਜਪਣ ਵਾਲਿਆਂ ਦੀ ਆਪਣੀ ਉਡਾਰੀ ਹੈ, ਜਿੱਥੇ ਸਾਡੀ ਉਡਾਰੀ ਉਹਨਾਂ ਦੇ ਬਰਾਬਰ ਹੋ ਨਹੀਂ ਸਕਦੀ ਹੈ। ਇਸ ਕਰਕੇ ਦੁਨਿਆਵੀ ਗਿਣਤੀ ਮਿਣਤੀ ਵਿੱਚ ਪੈ ਕੇ ਕਦੇ ਸ਼ੰਕਾ ਨਹੀਂ ਕਰਨਾ ਚਾਹੀਦਾ। ਇਹ 4 ਬਾਣੀਆਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਵੇਲੇ ਕਰਦੀ ਪਈ ਹੈ। ਖਾਣੀ ਬਾਣੀ ਤੁਝੈ ਸਮਾਣੀ, ਇਹ 4 ਬਾਣੀਆਂ ਵੀ ਪ੍ਰਮਾਤਮਾ, ਉਹਨਾਂ ਵਿੱਚ ਵੀ ਤੁਸੀਂ ਆਪ ਹੀ ਸਮਾਏ ਹੋਏ ਹੋ। ਆਪ ਹੀ ਗੁਰਸਿੱਖਾਂ ਨੂੰ ਇਹ ਬਾਣੀ ਦੇ ਕੇ ਨਾਮ ਜਪਾਉਣ ਵਾਲੇ ਹੋ। ਜੋ ਦਿਸੈ ਸਭ ਆਵਣ ਜਾਣੀ, ਇਹ ਜੋ ਦਿਸਦਾ ਪਿਆ ਨਾ ਦੁਨੀਆ ਵਿੱਚ, ਇਹ ਸਭ ਕੁਝ ਆ ਕੇ ਤੇ ਫਿਰ ਚਲੇ ਜਾਣ ਵਾਲਾ ਹੈ। ਮੰਨ ਲਓ ਇਹਨਾਂ ਅੱਖਾਂ ਨਾਲ ਸਾਨੂੰ ਸਰੀਰ ਦਿਸਦਾ ਪਿਆ ਨਾ, ਇਹ ਆਇਆ ਹੋਇਆ, ਇਹਨੇ ਵੀ ਚਲੇ ਜਾਣਾ ਹੈ। ਇਹ ਅੱਖਾਂ ਨਾਲ ਘਰ ਦਿਸਦਾ ਹੈ, ਪਰਿਵਾਰ ਦਿਸਦਾ ਪਿਆ, ਜੋ ਵੀ ਕੁਝ ਅੱਖਾਂ ਨਾਲ ਦਿਸਦਾ ਪਿਆ ਨਾ, ਮਿੱਟੀ ਵੀ ਦਿਸਦੀ ਪਈ ਹੈ ਨਾ, ਸੋਨਾ ਚਾਂਦੀ ਦਿਸਦਾ ਪਿਆ, ਜੋ ਕੁਝ ਦਿਸਦਾ ਪਿਆ ਸਭ ਜਾਣੀਏ ਨੇ, ਸਭ ਨੇ ਚਲੇ ਜਾਣਾ ਹੈ, ਕੋਈ ਰਹਿਣ ਵਾਲਾ ਨਹੀਂ ਹੈ। ਸਹੀ ਸਹਾ ਸੱਚੇ ਵਪਾਰੀ, ਉਹ ਸੱਚੇ ਵਪਾਰੀ ਸ਼ਾਹੂਕਾਰ ਮਹਾਂਪੁਰਖ ਹਨ। ਸਤਿਗੁਰ ਬੂਝ ਬੁਝਾਈ ਹੈ, ਜਿਨ੍ਹਾਂ ਨੂੰ ਪੂਰਿਆਂ ਗੁਰਾਂ ਨੇ ਬੂਝ ਬੁਝਾਈ ਕਹੀਏ, ਸਮਝ ਬਖਸ਼ਿਸ਼ ਕਰ ਦਿੱਤੀ ਹੈ। ਸ਼ਬਦ ਬੁਝਾਏ ਸਤਿਗੁਰ ਪੂਰਾ, ਪੂਰੇ ਸਤਿਗੁਰੂ ਸ਼ਬਦ ਕਹੀਏ ਗਿਆਨ ਸਮਝਾਉਂਦੇ ਹਨ। ਸਰਬ ਕਲਾ ਸਾਚੇ ਭਰਪੂਰਾ, ਉਹ ਸਾਰਿਆਂ ਥਾਵਾਂ ਤੇ ਪਰਿਪੂਰਨ ਪਰਮਾਤਮਾ ਆਪ ਹੀ ਸਾਰਿਆਂ ਥਾਵਾਂ ਤੇ ਸਮਾਇਆ, ਸਾਰੀਆਂ ਸ਼ਕਤੀਆਂ ਦਾ ਉਹ ਮਾਲਕ ਹੈ। ਅਫਰਿਓ ਵੇ ਪ੍ਰਵਾਹ ਸਦਾ ਤੂੰ, ਉਹ ਪਰਮਾਤਮਾ ਕਦੇ ਫੜਿਆ ਨਹੀਂ ਜਾਂਦਾ। ਜੇ ਕੋਈ ਬੰਦਾ ਆਖੇ ਨਾ ਮੈਂ ਫੜ ਲਵਾਂ, ਨਹੀਂ, ਅਸੀਂ ਫੜ ਨਹੀਂ ਸਕਦੇ ਹਾਂ। ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਸਵਾਲ ਕੀਤਾ, ਜੀ ਤੁਹਾਨੂੰ ਨਾਨਕ ਨਿਰੰਕਾਰ ਕਹਿੰਦੇ ਨੇ, ਤੇ ਨਿਰੰਕਾਰ ਦਾ ਤੇ ਸਰੂਪ ਹੀ ਕੋਈ ਨਹੀਂ ਹੈ, ਪਰ ਤੁਹਾਡਾ ਸਰੂਪ ਤੇ ਦਿਸਦਾ ਪਿਆ ਹੈ। ਕਿਸੇ ਸਾਧੂ ਨੇ ਬਚਨ ਆਖਿਆ, ਮਹਾਰਾਜ ਸਾਹਿਬ ਜੀ ਨੇ ਬਚਨ ਸੁਣ ਕੇ ਨਾ ਤੇ ਕੁਝ ਸਮੇਂ ਵਾਸਤੇ ਗੱਲ ਨੂੰ ਟਾਲ ਦਿੱਤਾ, ਇੱਧਰ ਉੱਧਰ ਦੀਆਂ ਹੋਰ ਥੋੜ੍ਹੀਆਂ ਬਹੁਤੀਆਂ ਗੱਲਾਂ ਕੀਤੀਆਂ। ਜਦੋਂ ਚੱਲਣ ਲੱਗੇ ਨਾ ਮਹਾਰਾਜ, ਤੇ ਸਤਿਗੁਰਾਂ ਨੇ ਇੱਕ ਹੱਥ ਵਿੱਚ ਕਿਤਾਬ ਫੜ ਲਈ, ਇੱਕ ਹੱਥ ਵਿੱਚ ਕੋਈ ਹੋਰ ਵਸਤੂ ਫੜ ਲਈ, ਦੋਨੇ ਹੱਥਾਂ ਵਿੱਚ ਕੁਝ ਨਾ ਕੁਝ ਫੜ ਲਿਆ, ਬਹਾਨਾ ਬਣਾ ਲਿਆ ਵੀ ਸਾਡੇ ਹੱਥ ਵਿਹਲੇ ਨਹੀਂ। ਤੇ ਸਾਧੂ ਨੂੰ ਕਹਿਣ ਲੱਗੇ ਵੀ ਅਸੀਂ ਲੱਕ ਨੂੰ ਕਮਰ ਕੱਸਾ ਨਹੀਂ ਕੀਤਾ ਹੈ, ਸਾਡਾ ਉਹ ਕਮਰ ਕੱਸਾ ਪਿਆ, ਲਿਆ ਸਾਡੇ ਲੱਕ ਨੂੰ ਲਿਆ ਕੇ ਕਰ ਦੇ। ਜਦੋਂ ਕਮਰ ਕੱਸਾ ਲਿਆ ਕੇ ਲੱਕ ਦੇ ਦੁਆਲੇ ਕਰਨ ਲੱਗਾ ਤੇ ਉਹ ਲੱਕ ਹੱਥ ਵਿੱਚ ਹੀ ਨਾ ਆਵੇ, ਇੱਧਰ ਉੱਧਰ ਹੱਥ ਮਾਰੇ, ਕੁਝ ਵੀ ਨਹੀਂ ਹੈ। ਬੜਾ ਹੈਰਾਨ ਹੋਇਆ, ਮਹਾਰਾਜ ਇਹ ਕੀ ਹੈ? ਸਤਿਗੁਰੂ ਕਹਿੰਦੇ ਤੇਰਾ ਸਵਾਲ ਸੀ ਨਾ ਵੀ ਸਾਨੂੰ ਨਿਰੰਕਾਰ ਕਿਉਂ ਕਹਿੰਦੇ, ਤੇ ਨਿਰੰਕਾਰ ਦਾ ਰੂਪ ਕੋਈ ਨਹੀਂ ਹੈ। ਕਹਿਣ ਲੱਗੇ ਭਾਈ ਭਗਤਾ, ਰੂਪ ਤੇ ਸਾਡਾ ਵੀ ਕੋਈ ਨਹੀਂ ਹੈ, ਪਰ ਇਹ ਕੇਵਲ ਅਸੀਂ ਸਿੱਖਾਂ ਨੂੰ ਵਿਖਾਉਣ ਵਾਸਤੇ ਆਪਣਾ ਸਰੀਰ ਧਾਰਿਆ ਹੋਇਆ ਹੈ। ਬੋਲੇ ਸੋ ਨਿਹਾਲ। ਜੇ ਸਾਨੂੰ ਨਾਨਕ ਨਿਰੰਕਾਰ ਕਿਹਾ ਜਾਂਦਾ, ਅਸੀਂ ਨਿਰੰਕਾਰ ਦਾ ਹੀ ਰੂਪ ਹਾਂ, ਤੇ ਨਿਰੰਕਾਰ ਦਾ ਕੋਈ ਸਰੂਪ ਨਹੀਂ ਹੈ, ਸਰੂਪ ਸਾਡਾ ਵੀ ਕੋਈ ਨਹੀਂ ਹੈ। ਇਹ ਤੇ ਕੇਵਲ ਸਿੱਖਾਂ ਦੇ ਭਲੇ ਵਾਸਤੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਂ, ਇਹ ਜਗਤ ਨੂੰ ਜਲਦੇ ਨੂੰ ਰੱਖਣ ਵਾਸਤੇ ਅਸੀਂ ਇਹ ਤਨ ਬਣਾ ਕੇ ਵਿਖਾਇਆ ਹੈ। ਅਸਲ ਦੇ ਵਿੱਚ ਸਾਡਾ ਸਰੂਪ ਹੀ ਕੋਈ ਨਹੀਂ ਹੈ। ਇਹ ਬਚਨ ਸੁਣ ਕੇ ਉਹ ਸਾਧੂ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ। ਮਹਾਰਾਜ ਕਹਿਣ ਲੱਗੇ ਅਫਰਿਓ, ਉਹ ਫੜਿਆ ਨਹੀਂ ਜਾਂਦਾ ਪਰਮਾਤਮਾ, ਕਿਉਂਕਿ ਹੱਥ ਵਿੱਚ ਆਉਂਦਾ ਹੀ ਨਹੀਂ ਹੈ। ਉਹ ਤੇ ਹੈ ਹੀ ਪ੍ਰਕਾਸ਼, ਪ੍ਰਕਾਸ਼ ਨੂੰ ਤੁਸੀਂ ਹੱਥ ਵਿੱਚ ਫੜ ਨਹੀਂ ਸਕਦੇ ਹੋ। ਮਹਾਰਾਜ ਕਹਿਣ ਲੱਗੇ ਵੇ ਪ੍ਰਵਾਹ, ਉਸ ਰੱਬ ਨੂੰ ਕਿਸੇ ਦੀ ਪਰਵਾਹ ਵੀ ਨਹੀਂ ਹੈ। ਜੇ ਆਪਾਂ ਆਖੀਏ ਨਾ ਵੀ ਸਾਰੀ ਦੁਨੀਆ ਇਕੱਠੀ ਇੱਕ ਪਾਸੇ ਹੋ ਜਾਏ ਤੇ ਰੱਬ ਥੱਲੇ ਆ ਜਾਏਗਾ, ਨਹੀਂ, ਭਾਵੇਂ ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਉਹ ਬੇਪਰਵਾਹ ਹੈ, ਕਿਸੇ ਤੋਂ ਡਰਦਾ ਨਹੀਂ ਹੈ। ਨਾ ਤਿਸ ਤਿਲ ਨਾ ਤਮਾਈ ਹੈ, ਉਹਨੂੰ ਤਮਾਈ ਕਹੀਏ ਤਮਾ ਵੀ ਨਹੀਂ ਹੈ। ਜਿਵੇਂ ਆਪਾਂ ਆਖੀਏ ਨਾ ਵੀ ਮੈਂ 100 ਪਾਠ ਜਪਜੀ ਸਾਹਿਬ ਦਾ ਕੀਤਾ ਤੇ ਰੱਬ ਬੜਾ ਖੁਸ਼ ਹੋ ਗਿਆ ਹੋਵੇਗਾ, ਅੱਜ ਮੈਂ ਨਹੀਂ ਕੀਤਾ ਤੇ ਰੱਬ ਬੜਾ ਦੁਖੀ ਹੋ ਗਿਆ ਹੋਵੇਗਾ, ਨਹੀਂ, ਉਹਨੂੰ ਕੋਈ ਤਮਾ ਨਹੀਂ ਹੈ। ਤੂੰ ਭਾਵੇਂ ਕਰ ਤੇ ਭਾਵੇਂ ਨਾ ਕਰ,
ਤੇਰੇ ਕਰਨ ਦੇ ਨਾਲ ਜਾਂ ਨਾ ਕਰਨ ਨਾਲ ਕੋਈ ਫਰਕ ਨਹੀਂ। ਮਹਾਰਾਜ ਕਹਿਣ ਲੱਗੇ ਜੇਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ। ਸਾਰੀ ਦੁਨੀਆ ਆਖੇ ਵੀ ਰੱਬ ਹੈ, ਉਹਨੇ ਵੱਡਾ ਨਹੀਂ ਹੋ ਜਾਣਾ। ਸਾਰੀ ਦੁਨੀਆ ਆਖੇ ਵੀ ਰੱਬ ਹੈ ਹੀ ਨਹੀਂ, ਉਹਨੇ ਘੱਟ ਕੋਈ ਨਹੀਂ ਜਾਣਾ, ਕਿਉਂਕਿ ਉਹਨੂੰ ਤਮਾ ਹੀ ਕੋਈ ਨਹੀਂ ਹੈ, ਕਿਸੇ ਗੱਲ ਦੀ ਖਾਹਿਸ਼ ਨਹੀਂ, ਇੱਛਾ ਹੀ ਨਹੀਂ ਉਹਨੂੰ। ਕੋਈ ਕਵੇ ਕਿ ਕੋਈ ਨਾ ਕਵੇ। ਜੇ ਆਪਾਂ ਕਹਿੰਦੇ ਪਏ ਹਾਂ ਉਹ ਅਸੀਂ ਆਪਣੇ ਭਲੇ ਵਾਸਤੇ ਕਹਿੰਦੇ ਪਏ ਹਾਂ, ਨਹੀਂ ਕਵਾਂਗੇ ਤੇ ਅਸੀਂ ਆਪਣਾ ਨੁਕਸਾਨ ਕਰਦੇ ਪਏ। ਕਈ ਵਾਰੀ ਕੋਈ ਵਿਅਕਤੀ ਐਸੇ ਨੇ, ਉਹ ਨਿੱਕੀ ਜਿਹੀ ਗੱਲ 'ਤੇ ਨਾਰਾਜ਼ ਹੋ ਜਾਣਗੇ ਗੁਰਦੁਆਰੇ ਆ ਕੇ, ਆਖਣਗੇ ਮੈਂ ਤੇ ਅੱਜ ਤੋਂ ਬਾਅਦ ਮੱਥਾ ਹੀ ਨਹੀਂ ਟੇਕਣਾ ਹੈ, ਮੈਂ ਤੇ ਅੱਜ ਤੋਂ ਬਾਅਦ ਗੁਰਦੁਆਰੇ ਹੀ ਨਹੀਂ ਆਉਣਾ ਹੈ। ਉਹਨਾਂ ਦੇ ਮਨ ਦੀ ਵਿਚਾਰ ਇਹ ਹੁੰਦੀ ਹੈ ਵੀ ਮੈਂ ਗੁਰਦੁਆਰੇ ਨਾ ਗਿਆ ਤੇ ਬੰਦ ਹੀ ਹੋ ਜਾਣਾ ਹੈ, ਮੇਰੇ ਕਰਕੇ ਹੀ ਚੱਲਦਾ ਪਿਆ, ਮੇਰੇ ਕਰਕੇ ਗੁਰੂ ਨੂੰ ਘਾਟਾ ਪੈ ਜਾਣਾ ਹੈ। ਸਾਡੇ ਆਉਣ ਦੇ ਨਾਲ, ਸਾਡੇ ਨਾ ਆਉਣ ਦੇ ਨਾਲ ਉਹਨੂੰ ਕੋਈ ਫਰਕ ਨਹੀਂ ਹੈ। ਸਾਡੇ ਜਪਣ ਦੇ ਨਾਲ ਜਾਂ ਨਾ ਜਪਣ ਦੇ ਨਾਲ ਵੀ ਉਹਨੂੰ ਕੋਈ ਫਰਕ ਨਹੀਂ ਹੈ। ਉਹ ਬੇਪਰਵਾਹ ਹੈ, ਉਹਨੂੰ ਸਾਡੀ ਕੋਈ ਪਰਵਾਹ ਨਹੀਂ। ਪਰ ਸਾਨੂੰ ਉਹਦੀ ਪਰਵਾਹ ਕਰਨੀ ਪੈਣੀ ਹੈ। ਜੇ ਕਰਾਂਗੇ ਤੇ ਬਚੇ ਰਵਾਂਗੇ, ਨਹੀਂ ਕਰਾਂਗੇ ਤੇ ਫਿਰ ਜਮ ਮਹਾਰਾਜ ਕਹਿੰਦੇ ਨੇ ਜਮ ਬੈਠਾ ਹੋਇਆ ਡੰਡਾ ਲੈ ਕੇ, ਫਿਰ ਉਹ ਤੇਰੀ ਪਰਵਾਹ ਚੰਗੀ ਤਰ੍ਹਾਂ ਠੀਕ ਕਰੇਗਾ। ਰੋ ਵਿਚਾਰ ਇਹ ਹੈ ਵੀ ਉਹ ਪਰਮਾਤਮਾ ਨਹੀਂ ਫੜਿਆ ਜਾਂਦਾ, ਨਾ ਹੀ ਉਹਨੂੰ ਕਿਸੇ ਦੀ ਪਰਵਾਹ ਹੈ। ਭਾਵੇਂ ਤੂੰ ਆ ਤੇ ਭਾਵੇਂ ਤੂੰ ਨਾ ਆ, ਭਾਵੇਂ ਤੂੰ ਬਾਣੀ ਪੜ੍ਹ ਤੇ ਭਾਵੇਂ ਨਾ ਪੜ੍ਹ, ਉਹਨੂੰ ਇਹ ਪਰਵਾਹ ਕੋਈ ਨਹੀਂ ਵੀ ਅੱਜ ਫਲਾਣਾ ਨਹੀਂ ਆਇਆ ਤੇ ਕਿਉਂ ਨਹੀਂ ਆਇਆ ਹੈ। ਉਹ ਬੇਪਰਵਾਹ ਹੈ, ਕਿਸੇ ਦੀ ਕੋਈ ਪਰਵਾਹ ਨਹੀਂ ਮੰਨਦਾ ਹੈ। ਨਾ ਤਿਸ ਤਿਲ ਨਾ ਤੁਮਾਈ ਹੈ, ਫਿਰ ਉਹਨੂੰ ਕੋਈ ਖਾਹਿਸ਼ ਨਹੀਂ ਹੈ, ਇੱਛਾ ਉਹਨੂੰ ਕੋਈ ਨਹੀਂ ਹੈ ਵੀ ਸਾਰੀ ਦੁਨੀਆ ਮੇਰੇ ਕੋਲ ਆਵੇ ਜਾਂ ਨਾ ਆਵੇ। ਨਹੀਂ, ਇਸ ਇੱਛਾ ਤੋਂ ਵੀ ਉਹ ਪਰਮਾਤਮਾ ਪਰੇ ਹੈ। ਕਾਲ ਬਿਕਾਲ ਭਏ ਦੀਵਾਨੇ, ਇਹ ਜਿਹੜੇ ਕਾਲ ਤੇ ਬਕਾਲ ਜੰਮਣ ਮਰਨੇ ਵੀ ਗੁਰਮੁਖਾਂ ਨਾਮ ਜਪਣ ਵਾਲਿਆਂ ਨੇ ਦੀਵਾਨੇ ਕਹੀਏ ਕਮਲੇ ਕਰ ਸੁੱਟੇ। ਜੰਮਣ ਮਰਨਾ ਵੀ ਉਹਨਾਂ ਦਾ ਕੁਝ ਵਿਗਾੜਦਾ ਨਹੀਂ ਹੈ। ਸ਼ਬਦ ਸਹਿਜ ਰਸ ਅੰਤਰ ਮਾਨੇ, ਜਿਨ੍ਹਾਂ ਨੇ ਸ਼ਬਦ ਕਹੀਏ ਬ੍ਰਹਮ ਦਾ, ਰਸ ਕਹੀਏ ਆਨੰਦ ਸੁਭਾਵਕ ਹੀ ਆਪਣੇ ਮਨ ਦੇ ਅੰਦਰ ਮੰਨਿਆ ਹੈ। ਆਪੇ ਮੁਕਤ ਤ੍ਰਿਪਤ ਵਰ ਦਾਤਾ, ਉਹ ਆਪ ਹੀ ਮੁਕਤ ਹੈ, ਆਪ ਹੀ ਰੱਜਿਆ ਤੇ ਆਪ ਹੀ ਮੁਕਤੀ ਦਾ ਦਾਤਾ ਹੈ। ਭਗਤ ਭਾਏ ਮਨ ਭਾਈ ਹੈ, ਉਹਨੂੰ ਪ੍ਰੇਮਾ ਭਗਤੀ ਚੰਗੀ ਲੱਗਦੀ ਹੈ। ਕੀ ਚੰਗਾ ਲੱਗਦਾ ਰੱਬ ਨੂੰ? ਅਸੀਂ ਜਿੰਨੇ ਮਰਜ਼ੀ ਸੋਹਣੇ ਕੱਪੜੇ ਪਾ ਕੇ ਆ ਜਾਈਏ, ਜਿੰਨਾ ਮਰਜ਼ੀ ਹਾਰ ਸ਼ਿੰਗਾਰ ਕਰਕੇ ਆ ਜਾਈਏ, ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹਨੂੰ ਲੱਗਦਾ ਹੈ ਪ੍ਰੇਮਾ ਭਗਤੀ। ਤੇਰੇ ਕੱਪੜਿਆਂ ਨਾਲ ਕੋਈ ਮਤਲਬ ਨਹੀਂ ਹੈ ਵੀ ਇਹਨੇ ਮਹਿੰਗੇ ਪਾਏ ਕਿ ਸਸਤੇ ਪਾਏ। ਉਹਨੂੰ ਇਹ ਨਹੀਂ ਚੰਗਾ, ਇਹ ਨਹੀਂ ਉਹ ਵੇਖਦਾ ਵੀ ਇਹਨੇ ਅੱਜ ਖਾਧਾ ਕੀ ਹੈ, ਇਹਨੇ ਅੱਜ ਪੀਤਾ ਕੀ ਹੈ। ਨਹੀਂ, ਉਹ ਤੇਰੇ ਅੰਦਰ ਦਾ ਪ੍ਰੇਮ ਵੇਖਦਾ ਹੈ। ਭਾਵੇਂ ਤੂੰ ਕੱਪੜੇ ਮਸਤਾਨੇ ਹੀ ਪਾਏ ਹੋਣ, ਪੁਰਾਣੇ ਹੀ ਪਾਏ ਹੋਣ, ਕੱਪੜਿਆਂ ਦੇ ਨਹੀਂ ਹੋ ਜਾਂਦਾ ਹੈ। ਉਹ ਤੇਰੇ ਅੰਦਰ ਦਾ ਪ੍ਰੇਮ ਵੇਖਦਾ ਹੈ ਤੇ ਉਹਨਾਂ ਨੂੰ ਪ੍ਰਾਪਤੀ ਉਹ ਕਰਵਾ ਦਿੰਦਾ ਹੈ। ਐਸਾ ਉਹ ਸਮਰੱਥ ਹੈ। ਹੁਣ ਪ੍ਰੇਮਾ ਕੋੜੀ ਵੀ ਤੇ ਆ ਕੇ ਕਹਿੰਦਾ ਮੇਰਾ ਗਿਆ ਕਛੋਟਾ ਲੱਧਾ, ਉਹਦਾ ਸਰੀਰ ਹੀ ਬੜਾ ਗੰਦਾ, ਲਹੂ ਵਗਦਾ ਪਿਆ, ਰੇਸ਼ਾ ਵਗਦਾ ਪਿਆ, ਪਰ ਉਹ ਪ੍ਰੇਮ ਕਰਦਾ ਹੈ। ਉਹਦੇ ਨਾਲ ਹੀ ਐਸੀ ਬਖਸ਼ਿਸ਼ ਹੋਈ, ਮਹਾਰਾਜ ਨੇ ਉਸ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰ ਦਿੱਤੀ। ਇਸ ਤਰ੍ਹਾਂ ਦਾ ਉਹ ਸਮਰੱਥ ਹੈ। ਆਪ ਨਿਰਾਲਮ ਗੁਰ ਗਮ ਗਿਆਨਾ, ਉਹ ਆਪ ਨਿਰਾਲਮ ਕਹੀਏ ਸਾਰਿਆਂ ਤੋਂ ਅਸੰਗ ਹੈ, ਤੇ ਗੁਰਗਮ ਗਿਆਨਾ ਉਹ ਐਸਾ ਗੁਰੂ ਹੈ ਜਿਹੜਾ ਗਿਆਨ ਦੇ ਵਿੱਚ ਪਹੁੰਚ ਰੱਖਦਾ ਹੈ। ਜੋ ਦਿਸੈ ਤੁਝ ਮਾਏ ਸਮਾਨਾ, ਜੋ ਦਿਸਦਾ ਪਿਆ ਪਰਮਾਤਮਾ ਸਾਰਾ ਤੇਰੇ ਵਿੱਚ ਸਮਾ ਜਾਣਾ। ਜਿੰਨੀ ਅੱਜ ਸ੍ਰਿਸ਼ਟੀ ਦਿਸਦੀ ਪਈ ਹੈ ਨਾ, ਇੱਕ ਦਿਨ ਸਮਾਂ ਆਵੇਗਾ ਇਹ ਸਾਰੀ ਸ੍ਰਿਸ਼ਟੀ ਨੇ ਉਹਦੇ ਵਿੱਚ ਹੀ ਸਮਾ ਜਾਣਾ, ਰਹਿਣਾ ਕੁਝ ਨਹੀਂ ਹੈ। ਸਾਇੰਸ ਗੱਲ ਕਹਿੰਦੀ ਹੈ ਨਾ, ਇੰਨੇ ਹਜ਼ਾਰ ਸਾਲ ਹੋ ਗਏ ਚੰਦਰਮਾ ਸੂਰਜ ਨੂੰ ਚਮਕਦਿਆਂ, ਫਿਰ ਨਾਲ ਹੀ ਕਹਿ ਦਿੰਦੇ ਇੰਨੇ ਕੁ ਸਾਲ ਹੋਰ ਅਜੇ ਚਮਕਣਗੇ। ਇੱਕ ਸਮਾਂ ਆਵੇਗਾ ਜਦੋਂ ਇਹ ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਵਿੱਚ ਸਮਾ ਜਾਣੀ ਹੈ। ਨਾਨਕ ਨੀਚ ਭਿਖਿਆ ਦਰ ਜਾਚੈ, ਮਹਾਰਾਜ ਦੇ ਅੱਗੇ ਆ ਕੇ ਇਹ ਨਾ ਕਿਹਾ ਕਰ, ਵੈਸੇ ਤੇ ਅਸੀਂ ਅਰਦਾਸ ਕਰਾਉਂਦੇ ਆ ਮੇਰੇ ਅੱਗੇ ਵੀ ਸਰਦਾਰ ਲਾ ਦਿਓ, ਮੇਰੇ ਪਿੱਛੇ ਵੀ ਫਲਾਣਾ ਲਾ ਦਿਓ, ਫਲਾਣੀ ਗੋਤ ਹੈ, ਫਲਾਣੀ ਮੈਂ ਮਜ਼ਹਬ ਦੇ ਨਾਲ ਸੰਬੰਧ ਰੱਖਦਾ ਹਾਂ, ਫਲਾਣੀ ਮੇਰੀ ਜਾਤ ਹੈ। ਜੇ ਇਹਦੇ ਤੋਂ ਬਾਹਰ ਨਿਕਲਿਆ ਫਿਰ ਆਖਦਾ ਵੀ ਮੈਂ ਫਲਾਣਾ ਅਫਸਰ ਹਾਂ। ਜੇ ਉਹ ਨਹੀਂ ਰਿਹਾ ਤੇ ਕਹਿਣ ਲੱਗੇ ਸੇਵਾ ਮੁਕਤ ਹਾਂ, ਪਰ ਹਾਂ ਜ਼ਰੂਰ। ਸੋ ਇਸ ਤਰ੍ਹਾਂ ਦੇ ਵਿਸ਼ੇਸ਼ਣ ਲਾ ਲਾ ਕੇ ਅਰਦਾਸਾਂ ਕਰਦਾ ਗੁਰੂ ਦੇ ਅੱਗੇ ਆ ਕੇ, ਮੈਂ ਫਲਾਣਾ ਹਾਂ। ਚਲੋ ਸਰਕਾਰੀ ਅਹੁਦਾ ਤੇ ਚਲੋ ਮੰਨਿਆ ਵੀ 20-30 ਸਾਲ ਕਿਤੇ ਨੌਕਰੀ ਕੀਤੀ ਹੈ, ਤੇ ਫਿਰ ਵੀ ਵਿਅਕਤੀ ਕਿਸੇ ਨੂੰ ਕਹਿ ਦਿੰਦਾ ਵੀ ਮੈਂ ਇਸ ਪਦਵੀ ਤੇ ਰਹਿ ਕੇ ਸੇਵਾ ਕਰਦਾ ਰਿਹਾ। ਅੱਜ ਕੱਲ੍ਹ ਤੇ ਗੁਰੂ ਘਰ ਦੇ ਵਿੱਚ ਵੀ ਪਦਵੀਆਂ ਜਿਹੜੀਆਂ ਨੇ ਉਹ ਬਣਾ ਲਈਆਂ ਲੋਕਾਂ ਨੇ। ਇਹ ਸਾਬਕਾ ਹੈ, ਇਹ ਮੌਜੂਦਾ ਹੈ। ਸੋ ਇਹ ਇਸ ਤਰ੍ਹਾਂ ਦੀਆਂ ਪਦਵੀਆਂ ਦੇ ਵਿੱਚ ਹੀ ਪਿਆ ਹੋਇਆ ਹੈ। ਇਹ ਜਿਹੜਾ ਸੈਕਟਰੀ ਹੈ ਸਾਬਕਾ ਹੈ, ਫਲਾਣੇ ਗੁਰਦੁਆਰੇ ਦਾ ਸਾਬਕਾ ਸੀ, ਪਹਿਲਾਂ ਉੱਥੇ ਮੌਜੂਦਾ ਸੀ।
ਇਹ ਕਾਹਦੀ ਪਦਵੀ ਹੈ ਭਾਈ? ਕਿਹੜੀ ਪਦਵੀ? ਕਿਹਨੇ ਤੈਨੂੰ ਦਿੱਤੀ? ਆਪੇ ਹੀ ਪਦਵੀ ਬਣਾ ਲਈ, ਆਪ ਹੀ ਬੈਠ ਗਿਆ, ਉਹਦੇ ਉੱਪਰ ਆ ਗਿਆ, ਆਪ ਹੀ ਸਾਬਕਾ ਬਣ ਗਿਆ, ਆਪ ਹੀ ਹੁਣ ਮੌਜੂਦਾ ਬਣ ਗਿਆ। ਮਹਾਰਾਜ ਕਹਿਣ ਲੱਗੇ ਨਹੀਂ, ਗੁਰੂ ਦੇ ਅੱਗੇ ਪਦਵੀਆਂ ਨਹੀਂ ਚੱਲਦੀਆਂ ਹਨ। ਭਾਵੇਂ ਤੂੰ ਧਾਰਮਿਕ ਤੇ ਭਾਵੇਂ ਤੂੰ ਕਿਸੇ ਨੌਕਰੀ ਕੀਤੀ ਹੈ, ਸਰਕਾਰ ਦੀ ਨੌਕਰੀ ਕੀਤੀ ਹੈ, ਇਹਨਾਂ ਪਦਵੀਆਂ ਨੂੰ ਛੱਡ ਦੇ ਭਾਈ। ਇਹਨਾਂ ਦੇ ਜ਼ਿਕਰ ਗੁਰੂ ਦੇ ਅੱਗੇ ਆ ਕੇ ਨਾ ਕਰਿਆ ਕਰ ਵੀ ਮੈਂ ਫਲਾਣਾ ਸਿਉ ਹਾਂ। ਆਪਣੇ ਨਾਮ ਦੇ ਅੱਗੇ ਵੱਡਾ ਵਿਸ਼ੇਸ਼ਣ ਲਾ ਲੈਣਾ, ਆਪਦੇ ਨਾਂ ਦੇ ਪਿੱਛੇ ਵੀ ਲਾ ਲੈਣਾ, ਮੈਂ ਫਲਾਣੇ ਅਹੁਦੇ ਤੋਂ ਮੁਕਤ ਹੋਇਆ, ਰਿਟਾਇਰ ਹੋਇਆ। ਨਹੀਂ, ਇਹਨਾਂ ਗੱਲਾਂ ਤੋਂ ਪਰੇ ਹੋ ਜਾ। ਗੁਰੂ ਦੇ ਅੱਗੇ ਆ ਕੇ ਆਖਿਆ ਕਰ, ਨੀਚ ਮਹਾਰਾਜ ਮੈਂ ਨੀਚ ਹਾਂ, ਸਭ ਤੋਂ ਨੀਚ ਮੈਂ ਹੀ ਹਾਂ, ਮੇਰੇ ਵਰਗਾ ਨੀਚ ਕੋਈ ਨਹੀਂ ਹੋਏਗਾ ਦੁਨੀਆ 'ਤੇ। ਜੇ ਗੁਰੂ ਕੋਲੋਂ ਕੁਝ ਲੈਣਾ ਚਾਹਣਾ ਤਾਂ ਫਿਰ ਇਹ ਗੱਲ ਕਹਿ। ਤੇ ਜਿੰਨਾ ਚਿਰ ਤੂੰ ਇਹ ਕਹਿੰਦਾ ਰਵੇਂਗਾ ਨਾ ਵੀ ਮੇਰੀ ਜਾਤ ਗੋਤ ਸਾਰੀ ਨਾਲ ਬੋਲ ਕੇ ਦੱਸੋ ਵੀ ਮੈਂ ਫਲਾਣਾ ਸਿਉਂ, ਅੱਗੇ ਵੀ 5-7 ਵਿਸ਼ੇਸ਼ਣ ਲਾਓ, ਨਾਮ ਦੇ ਪਿੱਛੇ ਵੀ ਲਾਓ, ਜਿੰਨੀ ਮੈਨੂੰ ਫੂਕ ਛਕਾ ਸਕਦੇ ਹੋ ਛਕਾ ਦਿਓ, ਤੇ ਫਿਰ ਮੈਂ ਖੁਸ਼ ਹੁੰਦਾ। ਫਿਰ ਲੈ ਕੇ ਕੁਝ ਨਹੀਂ ਜਾਏਗਾ, ਫਿਰ ਕੇਵਲ ਹਉਮੈ ਹੀ ਤੇਰੇ ਕੋਲ ਆਵੇਗੀ। ਤੇ ਕਈ ਵਾਰੀ ਜਿਹੜਾ ਅਰਦਾਸ ਕਰਨ ਵਾਲਾ ਨੂੰ ਆਖਦਾ ਵੀ ਮੈਨੂੰ ਕੀ ਹੈ, ਮੈਨੂੰ ਭਾਵੇਂ ਹੋਰ ਵੱਡਾ ਪਰਚਾ ਲਿਖ ਦੇ, ਮੈਂ ਤੇ ਬੋਲੀ ਜਾਣਾ ਹੈ, ਉਹ ਬੋਲ ਜਾਂਦਾ, ਅਸੀਂ ਹੋਰ ਹਉਮੈ ਦਾ ਸ਼ਿਕਾਰ ਹੋ ਜਾਂਦੇ। ਤੇ ਕਈਆਂ ਦਾ ਸੁਭਾਅ ਹੀ ਇਹ ਬਣ ਜਾਓ, ਜਾਣ ਬੁੱਝ ਕੇ ਹੀ ਪਰਿਵਾਰ ਨੂੰ ਫੂਕ ਛਕਾਈ ਜਾਣਗੇ ਵੀ ਇਹ ਫਲਾਣਾ ਸਿਉਂ ਹੈ ਜੀ, ਇਹਨੇ ਐਂ ਕੀਤਾ ਜੀ, ਇਹਨੇ ਉਹ ਕੀਤਾ। ਉਹ ਪਰਿਵਾਰ ਹੋਰ ਲੰਮੀ ਧੌਣ ਤਾਂ ਨੂੰ ਕਰ ਲੈਂਦਾ ਵੀ ਵਾਕਿਆ ਮੈਂ ਸਭ ਕੁਝ ਕੀਤਾ ਹੈ। ਅਸਲ ਦੇ ਵਿੱਚ ਉਹ ਤੇਰਾ ਨੁਕਸਾਨ ਕਰਦਾ ਪਿਆ। ਜਿੰਨੇ ਵੱਡੇ ਵੱਡੇ ਉਹ ਸ਼ਬਦ ਕਹਿ ਰਿਹਾ ਨਾ, ਤੇਰੇ ਮਨ ਵਿੱਚ ਹੰਕਾਰ ਲੈ ਕੇ ਆ ਰਿਹਾ। ਤੂੰ ਅਰਦਾਸ ਇਹ ਕਰਿਆ ਕਰ, ਮਹਾਰਾਜ ਮੈਂ ਨੀਚ ਹਾਂ, ਮੇਰੇ ਵਰਗਾ ਨੀਵਾਂ ਕੋਈ ਨਹੀਂ ਹੋਏਗਾ ਦੁਨੀਆ ਤੇ, ਸਭ ਤੋਂ ਨਖਿੱਧ ਮੈਂ ਹੀ ਹਾਂ। ਤੇ ਦੂਜਾ ਬਚਨ ਇਹ ਆਖਿਆ ਕਰ, ਭਿਖਿਆ ਮੈਂ ਭਿਖਾਰੀ ਹਾਂ ਤੇਰੇ ਦਰ ਦਾ, ਮੰਗਤੇ ਨੂੰ ਕੋਈ ਵਡਿਆਈ ਨਹੀਂ ਮਿਲਦੀ ਹੈ। ਮੰਗਤਾ ਕਿਤੇ ਚਲਾ ਜਾਵੇ ਉਹਨੂੰ ਠੋਕਰਾਂ ਹੀ ਮਿਲਦੀਆਂ ਨਾ, ਮਾੜਾ ਹੀ ਬਚਨ ਬੋਲਿਆ ਜਾਂਦਾ ਨਾ। ਗੁਰੂ ਨੂੰ ਆ ਕੇ ਇਹ ਗੱਲ ਕਿਹਾ ਕਰ, ਮਹਾਰਾਜ ਮੰਗਤਾ ਹਾਂ ਮੈਂ ਤੇਰੇ ਦਰ ਦਾ, ਮੈਂ ਨੀਚ ਹਾਂ, ਮੇਰੀ ਝੋਲੀ ਵਿੱਚ ਖੈਰ ਪਾ ਜੇ ਪੈ ਸਕਦੀ ਹੈ। ਪਰ ਜੇ ਮੰਗਤਾ ਆ ਕੇ ਇਹ ਗੱਲ ਕਵੇ, ਮਾਲਕ ਦੇ ਘਰ ਦੇ ਦਰਵਾਜ਼ੇ ਤੇ ਖੜ ਕੇ ਮੰਗਤਾ ਆਖੋ ਮੈਂ ਤੇ ਫਲਾਣਾ ਸਿਉਂ ਆਇਆ, ਮਾਲਕ ਦੇਵੇਗਾ ਥੋੜ੍ਹੀ ਕੁਝ। ਉਹਨੇ ਕਹਿਣਾ ਭਾਜਾ ਜਿੱਧਰੋਂ ਆਇਆ, ਤੂੰ ਆਪ ਵੱਡਾ ਤੇ ਫਿਰ ਮੇਰੇ ਕੋਲ ਕੀ ਲੈਣਾ ਆ। ਗੁਰੂ ਨੇ ਵੀ ਇਹ ਗੱਲ ਕਹਿਣੀ ਵੀ ਜਦੋਂ ਤੂੰ ਆਪ ਹੀ ਵੱਡਾ, ਤੇਰੇ ਕੋਲ ਇੰਨਾ ਕੁਝ ਹੈ, ਤੇ ਫਿਰ ਮੇਰੇ ਕੋਲ ਕੀ ਲੈਣਾ, ਦੌੜ ਜਾ ਤੂੰ ਜਿੱਥੋਂ ਆਇਆ। ਇੱਥੇ ਆ ਕੇ ਕਹਿਣਾ ਪੈਣਾ ਵੀ ਮਹਾਰਾਜ ਮੈਂ ਆ ਨੀਚ, ਮੈਂ ਆ ਭਿਖਾਰੀ, ਮੈਂ ਆ ਮੰਗਤਾ, ਮੈਂ ਤੇਰੇ ਦਰ ਤੇ ਮੰਗਣ ਆਇਆ ਹਾਂ। ਕੀ ਮੰਗਣ ਆਇਆ ਹਾਂ? ਫਰਮਾਉਂਦੇ ਹਨ, ਮੈਂ ਦੀਜੇ ਨਾਮ ਵਡਾਈ ਹੈ, ਮੈਨੂੰ ਨਾਮ ਦੀ ਵਡਿਆਈ ਦੇ ਦਿਓ, ਬਸ ਇਹੋ ਹੀ ਮੰਗਣ ਆਇਆ, ਇਹਦੇ ਤੋਂ ਬਿਨਾਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈ। ਇਹ ਮਹਾਰਾਜ ਨੇ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਆ ਹੈ। ਭੁੱਲਾਂ ਚੁੱਕਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਸਾਹਿਬ ਸਿਉ ਮੇਲੋ। ਆਪ ਨਿਰਾਲਮ ਗੁਰ ਗਮ ਗਿਆਨਾ, ਜੋ ਦੀਸੈ ਤੁਝ ਮਾਏ ਸਮਾਨਾ, ਨਾਨਕ ਨੀਚ ਭਿਖਿਆ ਦਰ ਜਾਚੈ, ਮੈਂ ਦੀਜੇ ਨਾਮ ਵਡਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।